सत श्री अकाल जी सारिਆਂ ਨੂੰ ਸਵਾਗਤ ਕਰਦੀ ਹਾਂ मैं ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰੰਟ ਅਫੇਅਰ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਕਰਾਂਗੇ। ਹਾਂਜੀ, ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਕਿਸੇ ਵੀ ਸਟੇਟ ਦੇ ਨਾਲ ਰਿਲੇਟਡ ਕਿਸੇ ਵੀ ਗਵਰਨਮੈਂਟ ਐਗਜ਼ਾਮ ਦਾ ਸਿਲੇਬਸ ਉਠਾ ਕੇ ਦੇਖ ਸਕਦੇ ਹੋ। ਕਰੰਟ ਅਫੇਅਰ ਹਮੇਸ਼ਾ ਹੀ ਸੈਂਟਰ ਜਾਂ ਫਿਰ ਕਹਿ ਸਕਦੇ ਹਾਂ ਅਸੀਂ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਦੀ ਹੀ ਪੁੱਛੀ ਜਾਂਦੀ ਆ, ਜਾਣੀ ਕਿ ਭਾਰਤ ਅਤੇ ਭਾਰਤ ਦੇ ਗਵਾਂਢੀ ਦੇਸ਼ਾਂ ਦੇ ਵਿੱਚ ਚੱਲ ਰਹੇ ਮਸਲੇ ਹੀ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ। ਤੇ ਅਸੀਂ ਜੋ ਕਰੰਟ ਅਫੇਅਰ ਕਰ ਰਹੇ ਹਾਂ ਉਹ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਦੀ ਹੀ ਆ, ਜਿਹੜੀ ਕਿ ਸਟੂਡੈਂਟ ਪੁਆਇੰਟ ਆਫ ਵਿਊ ਤੋਂ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ। ਅੱਜ ਦੀ ਇਸ ਵੀਡੀਓ ਦੇ ਵਿੱਚ ਕਰੰਟ ਅਫੇਅਰ ਦੇ MCQ ਕਰਾਂਗੇ, ਜਿਹੜੇ ਕਿ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੇ ਆ। ਤੁਹਾਡੇ ਅਸੀਂ 6 ਮੰਥ ਦੀ ਕਰੰਟ ਅਫੇਅਰ ਤੁਹਾਡੇ ਲਈ ਜਨਵਰੀ ਤੋਂ ਇੰਪੋਰਟੈਂਟ ਆ। ਵੈਸੇ ਤਾਂ ਕਰੰਟ ਅਫੇਅਰ 1 ਸਾਲ ਦੀ ਮੰਨੀ ਜਾਂਦੀ ਹੈ ਕਿ 1 ਸਾਲ ਤੁਹਾਨੂੰ ਆ ਸਕਦੀ ਹੈ, ਪਿਛਲੇ 1 ਸਾਲ ਦੀ ਕਰੰਟ ਅਫੇਅਰ ਦੇ MCQ ਤੁਹਾਨੂੰ ਆ ਸਕਦੇ ਆ, ਪਰ ਜ਼ਿਆਦਾਤਰ ਚਾਂਸ 6 ਮੰਥ ਦੇ ਹੁੰਦੇ ਆ। ਤੇ ਇਸ ਕਰਕੇ ਅਸੀਂ 6 ਮੰਥ ਦੀ ਕਰੰਟ ਅਫੇਅਰ ਹੀ ਸ਼ੁਰੂ ਕੀਤੀ ਆ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਕੁਐਸਚਨ ਨੰਬਰ 1, ਪ੍ਰਧਾਨ ਮੰਤਰੀ ਮੋਦੀ ਨਾਮਕ ਸੜਕ ਦਾ ਉਦਘਾਟਨ ਕਿਸ ਰਾਜ ਦੇ ਰਾਜਪਾਲ ਨੇ ਕੀਤਾ? ਹਾਂਜੀ, ਸਿੱਕਮ ਦੇ ਰਾਜਪਾਲ ਆ ਗੰਗਾ ਪ੍ਰਸਾਦ, ਤੇ ਇਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਉੱਪਰ ਇੱਕ ਰੋਡ ਦਾ ਉਦਘਾਟਨ ਕੀਤਾ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਸਿੱਕਮ ਨੇ ਸੋਮਗੋ ਝੀਲ ਅਤੇ ਨਾਥੂਲਾ ਸੀਮਾ ਦਰੇ ਨੂੰ ਗੰਗਟੋਕ ਨਾਲ ਜੋੜਨ ਵਾਲੀ ਇਸ ਦੂਸਰੀ ਸੜਕ ਦਾ ਨਾਮ ਨਰਿੰਦਰ ਮੋਦੀ ਮਾਰਗ ਰੱਖ ਦਿੱਤਾ। ਇਸ ਦਾ ਉਦਘਾਟਨ ਕੀਤਾ ਸਿੱਕਮ ਦੇ ਗਵਰਨਰ ਗੰਗਾ ਪ੍ਰਸਾਦ ਨੇ, ਤੇ ਇਸ ਨੂੰ BRO ਜਾਨੀ ਕਿ ਬਾਰਡਰ ਰੋਡ ਆਫ ਆਰਗੇਨਾਈਜੇਸ਼ਨ ਨੇ ਬਣਾਇਆ। ਤੇ ਇਸ ਦਾ ਪਹਿਲਾ ਨਾਮ ਕੀ ਸੀ? ਜਵਾਹਰ ਲਾਲ ਨਹਿਰੂ ਮਾਰਗ। ਠੀਕ ਹੈ। ਤੇ ਸਟੂਡੈਂਟ ਪੁਆਇੰਟ ਆਫ ਵਿਊ ਤੋਂ ਤੁਹਾਨੂੰ ਇਹ ਵੀ ਯਾਦ ਹੋਣਾ ਚਾਹੀਦਾ ਕਿ ਗੁਜਰਾਤ ਦੇ ਵਿੱਚ ਇੱਕ ਮੋਟੇਰਾ ਸਟੇਡੀਅਮ ਆ, ਇਸ ਦਾ ਨਾਮ ਵੀ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਤੇ ਹੀ ਰੱਖਿਆ ਗਿਆ। ਹੁਣ ਅਸੀਂ ਗੱਲ ਕੀਤੀ ਹੈ ਸਿੱਕਮ ਦੀ, ਤਾਂ ਸਿੱਕਮ ਦੀ ਕੈਪੀਟਲ ਕੀ ਆ? ਗੰਗਟੋਕ। ਇੱਥੋਂ ਦੇ ਚੀਫ ਮਿਨਿਸਟਰ ਆ ਪ੍ਰੇਮ ਸਿੰਘ ਧਮਾਮ, ਇੱਥੋਂ ਦੇ ਗਵਰਨਰ ਆ ਗੰਗਾ ਪ੍ਰਸਾਦ। ਨੈਕਸਟ ਕੁਐਸਚਨ, ਕਿਸ ਦੇਸ਼ ਨੇ ਦੁਨੀਆ ਦਾ ਪਹਿਲਾ ਦੋਹਰਾ ਮੋੜ ਵਾਹਨ ਪੇਸ਼ ਕੀਤਾ? ਹਾਂਜੀ, ਦੋਹਰਾ ਮੋੜ ਵਾਹਨ ਪੇਸ਼ ਕੀਤਾ ਕਿਹੜੇ ਦੇਸ਼ ਨੇ ਕੀਤਾ ਹੈ? ਇਹ ਰੀਸੈਂਟਲੀ ਜਾਪਾਨ ਦੇਸ਼ ਨੇ ਕੀਤਾ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਇਹ ਜਿਹੜਾ ਵਾਹਨ ਆ ਮਿੰਨੀ ਬੱਸ ਵਰਗਾ, ਤੇ ਰੇਲਵੇ ਦੀਆਂ ਪਟੜੀਆਂ ਤੇ ਵੀ ਚੱਲ ਸਕਦਾ, ਰੋਡ ਤੇ ਵੀ ਚੱਲ ਸਕਦਾ। ਜਿਸ ਸਮੇਂ ਰੇਲ ਦੀਆਂ ਪਟੜੀਆਂ ਉੱਤੇ ਚੱਲੇਗਾ ਇਸ ਦੀ ਸਪੀਡ ਰਹੇਗੀ 60 ਕਿਲੋਮੀਟਰ ਪ੍ਰਤੀ ਘੰਟਾ, ਪਰ ਜਿਵੇਂ ਹੀ ਇਹ ਰੋਡ ਤੇ ਚੱਲੇਗਾ ਇਸ ਦੀ ਸਪੀਡ ਰਹੇਗੀ 100 ਕਿਲੋਮੀਟਰ ਪ੍ਰਤੀ ਘੰਟਾ। ਠੀਕ ਹੈ। ਇਹ ਮਿੰਨੀ ਬੱਸ ਵਰਗਾ, ਜਦ ਇਹ ਪਟੜੀਆਂ ਉੱਪਰ ਚੱਲਦਾ ਤਾਂ ਇਸ ਦੇ ਅੰਦਰੋਂ ਲੋਹੇ ਦੇ ਟਾਇਰ ਬਾਹਰ ਆਉਂਦੇ ਆ। ਠੀਕ ਹੈ ਜੀ। ਹੁਣ ਇਹ ਜਾਪਾਨ ਨੇ ਲਾਂਚ ਕੀਤਾ। ਜਾਪਾਨ ਦੀ ਕੈਪੀਟਲ ਆ ਟੋਕੀਓ, ਇੱਥੋਂ ਦੀ ਕਰੰਸੀ ਆ ਯੇਨ। ਠੀਕ ਹੈ। ਨੈਕਸਟ ਕੁਐਸਚਨ, ਕਿਸ ਦੇਸ਼ ਨੇ ਹਿੰਦੂ ਮੰਦਿਰਾਂ ਦੀ ਦੇਖਭਾਲ ਲਈ ਪਹਿਲੀ ਸੰਸਥਾ ਦੀ ਸਥਾਪਨਾ ਕੀਤੀ? ਹਾਂਜੀ, ਹਿੰਦੂ ਮੰਦਿਰਾਂ ਦੀ ਦੇਖਭਾਲ ਦੇ ਲਈ ਪਹਿਲੀ ਸੰਸਥਾ ਦੀ ਸਥਾਪਨਾ ਕੀਤੀ ਆ ਪਾਕਿਸਤਾਨ ਨੇ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਹੁਣ ਇਹ ਸੰਸਥਾ ਦੀ ਸਥਾਪਨਾ ਪਾਕਿਸਤਾਨ ਨੇ ਕੀਤੀ ਆ। ਤਾਂ ਪਾਕਿਸਤਾਨ ਦੀ ਕੈਪੀਟਲ ਕੀ ਆ? ਇਸਲਾਮਾਬਾਦ। ਇੱਥੋਂ ਦੀ ਕਰੰਸੀ ਆ ਪਾਕਿਸਤਾਨੀ ਰੁਪਇਆ। ਇੱਥੋਂ ਦੇ ਪ੍ਰੈਜ਼ੀਡੈਂਟ ਕੌਣ ਨੇ? RF ਅਲਬੀ, ਤੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਸ਼ਾਹਬਾਜ਼ ਸ਼ਰੀਫ। ਇੰਡੀਆ ਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਰੈੱਡ ਕਲਿਫ ਲਾਈਨ ਬੋਲਦੇ ਆ। ਸੇਮ ਇਸੇ ਤਰ੍ਹਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਡੁਰੰਡ ਲਾਈਨ ਬੋਲਦੇ ਆ। ਜੀਕੇ ਦੇ ਪੁਆਇੰਟ ਆਫ ਵਿਊ ਤੋਂ ਤੁਹਾਡੇ ਲਈ ਕਾਫੀ ਇੰਪੋਰਟੈਂਟ ਆ ਇਹ ਜਿਹੜੀਆਂ ਮੈਂ ਤੁਹਾਨੂੰ ਲਾਈਨਾਂ ਬਾਰੇ ਦੱਸ ਰਹੀ ਹਾਂ, ਤਾਂ ਇਹਨਾਂ ਨੂੰ ਯਾਦ ਰੱਖਣਾ। ਇੰਡੀਆ ਤੇ ਚਾਈਨਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਬੋਲਦੇ ਆ ਮੈਕਮੋਹਨ ਲਾਈਨ। ਸਾਊਥ ਕੋਰੀਆ ਤੇ ਨਾਰਥ ਕੋਰੀਆ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਬੋਲਦੇ ਆ 38 ਸਮਾਨਾਂਤਰ, ਜਾਨੀ ਕਿ 38th ਪੈਰਲਰ। USA ਅਤੇ ਕੈਨੇਡਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਬੋਲਦੇ ਆ 49th ਪੈਰਲਰ। ਹਾਂਜੀ, ਨੈਕਸਟ ਕੁਐਸਚਨ, ਸਾਲ 2021 ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਡਾਊਨਲੋਡ ਕੀਤੀ ਗਈ ਐਪ ਕਿਹੜੀ ਬਣ ਗਈ? ਹਾਂਜੀ, ਸਾਲ 2021 ਦੇ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਵੱਧ ਡਾਊਨਲੋਡ ਕੀਤੀ ਜਾਣ ਵਾਲੀ ਐਪ ਬਣੀ ਆ ਟਿਕਟੌਕ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਦੇਖੋ, ਟਿਕਟੌਕ ਨੇ ਆਪਣੀ ਜਿਹੜੀ ਪੋਪੂਲੈਰਿਟੀ ਦੇ ਮਾਮਲੇ ਦੇ ਵਿੱਚ ਗੂਗਲ ਨੂੰ ਵੀ ਪਿੱਛੇ ਛੱਡ ਦਿੱਤਾ ਸੀ। ਠੀਕ ਹੈ। 2021 ਦੇ ਵਿੱਚ ਇੱਕ IT ਸਿਕਿਉਰਿਟੀ ਕੰਪਨੀ ਆ ਕਲਾਊਡ, ਉਸਨੇ ਰਿਪੋਰਟ ਜਾਰੀ ਕੀਤੀ ਸੀ ਕਿ ਇਸ ਦੀ ਰਿਪੋਰਟ ਦੇ ਅਨੁਸਾਰ ਟਿਕਟੌਕ 2021 ਵਿੱਚ ਦੁਨੀਆ ਦਾ ਸਭ ਤੋਂ ਵੱਧ ਡਾਊਨਲੋਡ ਹੋਣ ਵਾਲਾ ਐਪ ਬਣਿਆ ਵਾ। ਹੁਣ ਅਸੀਂ ਟਿਕਟੌਕ ਦੀ ਗੱਲ ਕੀਤੀ ਆ। ਟਿਕਟੌਕ ਦੀ ਸਥਾਪਨਾ ਕਦੋਂ ਹੋਈ ਸੀ? 2016 ਦੇ ਵਿੱਚ, ਤੇ ਦੁਨੀਆ ਦੀਆਂ 40 ਭਾਸ਼ਾਵਾਂ ਇਸ ਵਿੱਚ ਅਵੇਲੇਬਲ ਆ। ਠੀਕ ਹੈ ਜੀ।
ਤੇ ਕਿਹੜੀ ਕੰਪनी ਦੀ ਰਿਪੋर्ट ਆ जिस दे अकॉर्डिंग डाउनलोड की जाने वाली ऐप टिकटॉक आ क्लाउडफ्लेयर दी आ। ठीक है, IT सिक्योरिटी कंपनी आ क्लाउडफ्लेयर। नैक्सट क्वेश्चन, हाल ही विच किस नूं जंगलात दे डायरैक्टर जनरल अते वातावरण जंगलात अते जलवायु परिवर्तन मामले दे विशेष ਸਕੱਤਰ वजों नियुक्त किया गया? हाँ जी, जंगलात दे डायरैक्टर जनरल ਅਤੇ वातावरण जंगलात ਅਤੇ जलवायु परिवर्तन मंत्रालय के विशेष ਸਕੱਤਰ वजों नियुक्त किए गए हैं CP गोयल। ऑप्शन नंबर बी इज द राइट आंसर। नैक्सट क्वेश्चन, किस देश ने हाल ही विच अंडर 19 एशिया कप का खिताब जितया? हाँ जी, अंडर 19 एशिया कप का खिताब जितया भारत ने। ऑप्शन नंबर बी इज द राइट आंसर। भारत ने श्रीलंका नूं 100 रन दे नाल हरा के अंडर 19 एशिया कप का खिताब जितया। भारत ने यह रिकॉर्ड 8वीं बार बनाया। ठीक है, अंडर 19 एशिया कप का फाइनल वैसे होया कित्थे आ? ये फाइनल दुबई इंटरनैशनल क्रिकेट स्टेडियम दे विच होया। नैक्सट क्वेश्चन, किसने हाल ही विच 1 जनवरी 2022 नूं अपना 64वां स्थापना दिवस मनाया? हाँ जी, 1 जनवरी 2022 नूं अपना 64वां स्थापना दिवस मनाया DRDO ने। ऑप्शन नंबर बी इज द राइट आंसर। हुण DRDO ने मनाया, इसकी स्थापना पहला तो फुल फॉर्म तुहानूं पता होनी चाहिए है, डिफेंस रिसर्च एंड डिवेलपमेंट ऑर्गेनाइजेशन। इसकी स्थापना हुई सी 1950 नूं। इसका हैडकुआटर आ नवी दिल्ली दे विच ते एट प्रेजेंट इसके चेयरमैन कौन ने? जी सतीश रेड्डी। ठीक है जी, तो तुहानूं कई बार DRDO का मोटो पूछ लिया जाता है। इसका मोटो आ स्ट्रेंथ ओरिजिन इज इन साइंस। नैक्सट क्वेश्चन, किस देश ने हाल ही विच 2026 तक नकली सूरज बनाने का ऐलान किया? हाँ जी, 2026 तक नकली सूरज बनाने का ऐलान किया किहड़े देश ने किया? साउथ कोरिया ने। साउथ कोरिया ने 2026 तक नकली सूरज बनाने का ऐलान किया। हुण साउथ कोरिया ने किया है। ठीक है, ऑप्शन नंबर सी इज द राइट आंसर है। देखो, ये जिहड़ा नकली सूरज आ कुरितम सूरज, ये मात्र 300 सैकेंड दे विच 10 डिग्री तक का टैंपरेचर मेनटेन करेगा। ठीक है, साउथ कोरिया ने किया। नैक्सट क्वेश्चन, हाल ही विच रेलवे बोर्ड के नवे चेयरमैन अते CEO वजों किसनूं नियुक्त किया गया? हाँ जी, रेलवे बोर्ड के नवे CEO अते चेयरमैन वजों अपॉइंट होया BK त्रिपाठी। ऑप्शन नंबर बी इज द राइट आंसर। नैक्सट क्वेश्चन, दुनिया की सब तो लंबी मैट्रो लाइन किस देश ने शुरू की? हाँ जी, दुनिया की सब तो लंबी मैट्रो लाइन की है शुरू चीन ने संघाई प्रांत दे विच। ऑप्शन नंबर सी इज द राइट आंसर, चाइना। पूरे चाइना दे विच मैट्रो लाइन के मामले दे विच संघाई हुण भी टॉप ते आ ते पूरे चीन दे विच संघाई दे विच 20 मैट्रो लाइन आ अते 508 स्टेशन आ। ठीक है, ये तुहानूं पता होना चाहिए। तो पूरी दुनिया का चाइना इदां दा देश आ जिसकी हद सारे मतलब कि बहुत ज़्यादा देशों नाल लगती है। किन्ने देशों नाल लगती है? 14 देशों नाल, जिसकी हद सब तो ज़्यादा देशों नाल लगती है। इस तरह याद रख सकते हो लाइन, 14 देशों नाल हद लगती है चीन की। नैक्सट, किहड़े राज की हाई कोर्ट देश की पहली कागज़ रहत अदालत बन गई? हाँ जी, किहड़े राज की अदालत आ जिहड़ी कि देश की पहली कागज़ रहत अदालत बनी आ? तो इसका राइट आंसर है जी ऑप्शन नंबर ए केरल। केरल राज की अदालत बनी है। मैं तुहानूं अगे भी दस्सिया कि जिथे पहला आ जाता ना क्वेश्चन आपदे आप च बहुत इंपॉर्टेंट बन जाता, तो उसनूं ध्यान च रखिया करो। अगला प्रश्न, साहित्य अकादमी ने दया प्रकाश सिन्हा नूं साहित्य अकादमी पुरस्कार 2021 लई किस भाषा लई चुनिया है? हाँ जी, साहित्य अकादमी ने दया प्रकाश सिन्हा नूं साहित्य अकादमी पुरस्कार 2021 दे लई हिंदी भाषा दे लई चुनिया। ऑप्शन नंबर बी इज द राइट आंसर। साहित्य अकादमी ने इस बार 20 भाषावां विच साहित्य अकादमी पुरस्कार की घोषणा की ते इस विच दया प्रकाश सिन्हा नूं हिंदी दे लई चुनिया गया। ठीक है जी, तो इंग्लिश दे लई किस नूं चुनिया गया? नमिता गोखले नूं। ठीक है जी, इस गल दा तुसीं ध्यान रखना। अगला प्रश्न, 2021 विच किहड़ा राज GST कुलैक्शन विच सब तो उपर रहा? GST कुलैक्शन दे विच उड़ीसा राज सब तो टॉप ते रहा। ऑप्शन नंबर सी इज द राइट आंसर। उड़ीसा का GST कुलैक्शन दसंबर 2021 विच 43% वध गया। ठीक है जी,
ਤੇ ਇਸ ਦੇ ਨਾਲ ਹੀ 2021 ਦੇ ਵਿੱਚ ਓਡੀਸ਼ਾ GST ਕਲੈਕਸ਼ਨ ਦੇ ਵਿੱਚ ਟੌਪ ਤੇ ਰਿਹਾ। ਅਗਲਾ ਪ੍ਰਸ਼ਨ ਆ ਜੀ, ਵਾਟਰ ਟੈਕਸੀ ਸੇਵਾ ਕਿੱਥੇ ਸ਼ੁਰੂ ਹੋਈ? ਹਾਂਜੀ, ਵਾਟਰ ਟੈਕਸੀ ਸੇਵਾ ਕਿੱਥੇ ਸ਼ੁਰੂ ਹੋਵੇਗੀ? ਮੁੰਬਈ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸੇ ਵੀਕ ਯਾਨੀ ਕਿ ਜਦੋਂ ਅਸੀਂ ਕਰਵਾਇਆ ਸੀਗਾ ਜਨਵਰੀ ਦੇ ਵਿੱਚ ਗੱਲ ਕਰ ਰਹੇ ਹਾਂ ਅਸੀਂ, ਠੀਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਨਵਰੀ ਦੇ ਵਿੱਚ ਵਾਟਰ ਟੈਕਸੀ ਦੀ ਸ਼ੁਰੂਆਤ ਕੀਤੀ ਸੀ, ਸਿਰਫ ਇੱਕ ਹਫ਼ਤੇ ਦੇ ਵਿੱਚ। ਨੈਕਸਟ ਕੁਐਸਚਨ, ਕਲਪਨਾ ਚਾਵਲਾ ਪੁਲਾੜ ਵਿਗਿਆਨ ਖੋਜ ਕੇਂਦਰ ਦਾ ਕਿੱਥੇ ਉਦਘਾਟਨ ਕੀਤਾ ਗਿਆ? ਕਲਪਨਾ ਚਾਵਲਾ ਵਿਗਿਆਨ ਖੋਜ ਕੇਂਦਰ ਦਾ ਉਦਘਾਟਨ ਕੀਤਾ ਗਿਆ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਤੇ ਉਦਘਾਟਨ ਕੀਤਾ ਕਿਸ ਨੇ? ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ, ਠੀਕ ਹੈ ਜੀ। ਨੈਕਸਟ ਕੁਐਸਚਨ, ਹਾਂਜੀ, 3 ਟ੍ਰਿਲੀਅਨ ਮਾਰਕੀਟ ਮੁੱਲ ਤੱਕ ਪਹੁੰਚਣ ਵਾਲੀ ਪਹਿਲੀ ਅਮਰੀਕੀ ਕੰਪਨੀ ਕਿਹੜੀ ਬਣ ਗਈ? 3 ਟ੍ਰਿਲੀਅਨ ਮਾਰਕੀਟ ਤੱਕ ਪਹੁੰਚਣ ਵਾਲੀ ਅਮਰੀਕੀ ਕੰਪਨੀ ਬਣੀ ਆ ਐਪਲ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਹੁਣ ਐਪਲ ਬਣੀ ਆ, ਐਪਲ ਦੀ ਸਥਾਪਨਾ ਕਦੋਂ ਹੋਈ? 1976 ਦੇ ਵਿੱਚ। ਇਸ ਦਾ ਹੈੱਡਕੁਆਰਟਰ ਕਿੱਥੇ ਆ? ਕੈਲੀਫੋਰਨੀਆ ਦੇ ਵਿੱਚ। ਐਟ ਪ੍ਰੈਜ਼ੈਂਟ ਇਸ ਦੇ CEO ਕੌਣ ਨੇ? ਇਮਕੌਕ। ਨੈਕਸਟ ਕੁਐਸਚਨ, ਰਵਾਇਤੀ ਨਵੇਂ ਸਾਲ ਦਾ ਲੌਸਰ ਤਿਉਹਾਰ ਕਿੱਥੇ ਮਨਾਇਆ ਜਾਂਦਾ ਹੈ? ਹਾਂਜੀ, ਰਵਾਇਤੀ ਨਵੇਂ ਸਮੇਂ ਦਾ ਲੌਸਰ ਤਿਉਹਾਰ ਕਿੱਥੇ ਮਨਾਇਆ ਜਾਂਦਾ ਹੈ? ਲਦਾਖ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਲਦਾਖ ਦੇ ਵਿੱਚ ਮਨਾਇਆ ਜਾਂਦਾ। ਤਾਂ ਲਦਾਖ ਦੇ ਲੈਫਟੀਨੈਂਟ ਗਵਰਨਰ ਕੌਣ ਨੇ? RK ਮਾਥੁਰ, ਜਾਣੀ ਕਿ ਰਾਧਾ ਕ੍ਰਿਸ਼ਨਨ ਮਾਥੁਰ। ਨੈਕਸਟ ਕੁਐਸਚਨ, ਦੱਖਣੀ ਧਰੁਵ ਦੀ ਇਕੱਲੇ ਯਾਤਰਾ ਕਰਨ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਕੌਣ ਬਣ ਗਈ? ਦੱਖਣੀ ਧਰੁਵ ਦੀ ਇਕੱਲੇ ਯਾਤਰਾ ਕਰਨ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਬਣੀ ਆ ਹਰਪ੍ਰੀਤ ਚੰਡੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਪ੍ਰਧਾਨ ਮੰਤਰੀ ਮੋਦੀ ਨੇ ਮਹਾਰਾਜਾ ਵੀਰ ਬਿਕਰਮ ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਕਿੱਥੇ ਉਦਘਾਟਨ ਕੀਤਾ? ਹਾਂਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਮਹਾਰਾਜਾ ਵੀਰ ਬਿਕਰਮ ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਉਦਘਾਟਨ ਕੀਤਾ ਤ੍ਰਿਪੁਰਾ ਦੀ ਕੈਪੀਟਲ ਅਗਰਤਲਾ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਤ੍ਰਿਪੁਰਾ ਦੀ ਕੈਪੀਟਲ ਅਗਰਤਲਾ ਵਿੱਚ ਮਹਾਰਾਜਾ ਵੀਰ ਬਿਕਰਮ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ। ਤੇ ਇਸ ਟਰਮੀਨਲ ਨੂੰ ਬਣਾਉਣ ਦੇ ਲਈ 450 ਕਰੋੜ ਦੀ ਲਾਗਤ ਲੱਗੀ ਸੀ, ਠੀਕ ਹੈ, ਲਾਗਤ ਆਈ ਸੀ ਜਾਂ ਕਹਿ ਸਕਦੇ ਹਾਂ। ਤੇ ਹੁਣ ਅਸੀਂ ਗੱਲ ਕੀਤੀ ਹੈ ਤ੍ਰਿਪੁਰਾ ਦੀ, ਤਾਂ ਤ੍ਰਿਪੁਰਾ ਦੀ ਕੈਪੀਟਲ ਕੀ ਆ? ਅਗਰਤਲਾ। ਇੱਥੋਂ ਦੇ ਚੀਫ ਮਿਨਿਸਟਰ ਬਿਪਲਬ ਕੁਮਾਰ ਦੇਵ, ਇੱਥੋਂ ਦੇ ਗਵਰਨਰ ਆ ਸਤਯਦੇਵ ਨਾਰਾਇਣ ਆਰੀਆ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਮਦਰ ਟੈਰੇਸਾ ਮੈਮੋਰੀਅਲ ਅਵਾਰਡ 2021 ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ? ਮਦਰ ਟੈਰੇਸਾ ਮੈਮੋਰੀਅਲ ਅਵਾਰਡ 2021 ਦੇ ਨਾਲ ਕਿਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ? ਤਾਂ ਇਹ ਸਨਮਾਨਿਤ ਕੀਤਾ ਗਿਆ ਹੈ ਜੀ ਡੈਨਮਾਰਕ ਨੂੰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਡੈਨਮਾਰਕ ਨੂੰ ਮਦਰ ਟੈਰੇਸਾ ਮੈਮੋਰੀਅਲ ਅਵਾਰਡ 2021 ਦੇ ਲਈ ਸਨਮਾਨਿਤ ਕੀਤਾ ਗਿਆ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਚੋਟੀ ਦੇ 10 ਗਲੋਬਲ ਸੂਚੀ ਵਿੱਚ ਸ਼ਾਮਿਲ ਕਰਨ ਵਾਲਾ ਭਾਰਤ ਦਾ ਇਕਲੌਤਾ ਹਵਾਈ ਅੱਡਾ ਕਿਹੜਾ ਬਣ ਗਿਆ? ਹਾਂਜੀ, ਚੋਟੀ ਦੇ 10 ਗਲੋਬਲ ਸੂਚੀ ਇੱਕ ਗਲੋਬਲ ਇੰਡੈਕਸ ਤਿਆਰ ਕੀਤਾ ਗਿਆ ਵਾ, ਠੀਕ ਹੈ। ਤੇ ਉਸ ਦੇ ਵਿੱਚ ਚੋਟੀ ਦੇ 10 ਦੇ ਵਿੱਚ ਭਾਰਤ ਇਕਲੌਤਾ ਹਵਾਈ ਅੱਡਾ ਬਣਿਆ, ਭਾਰਤ ਦਾ ਇਕਲੌਤਾ ਹਵਾਈ ਅੱਡਾ ਬਣਿਆ ਚੇਨਈ ਹਵਾਈ ਅੱਡਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ, ਠੀਕ ਹੈ। ਚੋਟੀ ਦੇ 10 ਗਲੋਬਲ ਸੂਚੀ ਦੇ ਵਿੱਚ ਸ਼ਾਮਿਲ ਕਰਨ ਵਾਲਾ ਜਾਂ ਸ਼ਾਮਿਲ ਹੋਣ ਵਾਲਾ ਭਾਰਤ ਦਾ ਇਕਲੌਤਾ ਹਵਾਈ ਅੱਡਾ ਬਣਿਆ ਚੇਨਈ ਏਅਰਪੋਰਟ। ਇਸ ਵਿੱਚ ਉਹ ਟੌਪ 10 ਏਅਰਪੋਰਟ ਦੀ ਲਿਸਟ ਬਣਾਈ ਆ ਜਿਨ੍ਹਾਂ ਨੇ ਟਾਈਮ ਉੱਪਰ ਆਪਣੀ ਫਲਾਈਟ ਨੂੰ ਚਲਾਇਆ ਵਾ, ਠੀਕ ਹੈ। ਫਸਟ ਤੇ ਕੌਣ ਆ? ਅਮਰੀਕਾ। ਅਮਰੀਕਾ ਦਾ ਹਵਾਈ ਅੱਡਾ ਕਿਹੜਾ ਵਾ? ਮਿਆਮੀ ਹਵਾਈ ਅੱਡਾ ਫਸਟ ਤੇ ਆ ਅਮਰੀਕਾ ਦਾ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, 2.5 ਸਾਲ ਬਾਅਦ ਕਿਹੜਾ ਦੇਸ਼ ਮੁੜ ਅਮਰੀਕਾ ਨੂੰ ਅੰਬਾਂ ਦੀ ਬਰਾਮਦ ਸ਼ੁਰੂ ਕਰੇਗਾ? ਹਾਂਜੀ, 2.5 ਸਾਲ ਬਾਅਦ ਕਿਹੜਾ ਦੇਸ਼ ਆ ਜਿਹੜਾ ਫਿਰ ਤੋਂ ਅਮਰੀਕਾ ਨੂੰ ਅੰਬਾਂ ਦੀ ਬਰਾਮਦ ਸ਼ੁਰੂ ਕਰੇਗਾ? ਤਾਂ ਇਹ ਕਰੇਗਾ ਜੀ ਪਾਕਿਸਤਾਨ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਕਿਸ ਰਾਜ ਵਿੱਚ ਖੇਲੋ ਇੰਡੀਆ ਗੇਮਸ 2023 ਦਾ ਐਲਾਨ ਕੀਤਾ ਗਿਆ? ਖੇਲੋ ਇੰਡੀਆ ਗੇਮਸ 2023 ਦਾ ਐਲਾਨ ਕੀਤਾ ਗਿਆ ਮੱਧ ਪ੍ਰਦੇਸ਼ ਰਾਜ ਦੇ ਵਿੱਚ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਦੁਰਲੱਭ ਬੱਦਲਾਂ ਵਾਲਾ ਚੀਤਾ ਪਹਿਲੀ ਵਾਰ ਕਿਸ ਰਾਜ ਦੇ ਪਹਾੜੀ ਖੇਤਰਾਂ ਵਿੱਚ ਦੇਖਿਆ ਗਿਆ? ਦੁਰਲੱਭ ਬੱਦਲਾਂ ਵਾਲਾ ਜਾਂ ਧਾਰੀਆਂ ਵਾਲਾ ਜਿਹੜਾ ਪਹਿਲਾ ਚੀਤਾ ਵਾ ਉਹ ਪਹਿਲੀ ਵਾਰ ਨਾਗਾਲੈਂਡ ਦੇ ਪਿੰਡਾਂ ਵਿੱਚ
ਦੇਖਿਆ ਗਿਆ। ਠੀਕ ਹੈ ਜੀ, ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨਾਗਾਲੈਂਡ ਦੇ ਪਿੰਡਾਂ ਵਿੱਚ ਬੱਦਲਾਂ ਵਾਲਾ ਤੇਂਦੂਆ ਜਾਂ ਇਹਨੂੰ ਖੇਫਕ ਵੀ ਬੋਲ ਸਕਦੇ ਹਾਂ। ਠੀਕ ਹੈ, ਖੇਫਕ ਵੀ ਕਿਹਾ ਜਾਂਦਾ ਜਾਂ ਬੱਦਲਾਂ ਵਾਲਾ ਤੇਂਦੂਆ ਵੀ ਕਿਹਾ ਜਾਂਦਾ। ਤਾਂ ਇਹ ਨਾਗਾਲੈਂਡ ਦੇ ਪਿੰਡਾਂ ਦੇ ਵਿੱਚ ਦੇਖਿਆ ਗਿਆ। ਹੁਣ ਨਾਗਾਲੈਂਡ ਦੇ ਪਿੰਡਾਂ ਦੇ ਵਿੱਚ ਦੇਖਿਆ ਗਿਆ ਤਾਂ ਨਾਗਾਲੈਂਡ ਦੀ ਕੈਪੀਟਲ ਕੀ ਆ? ਕੋਹਿਮਾ। ਇੱਥੋਂ ਦੇ ਚੀਫ ਮਿਨਿਸਟਰ ਨੈਫਰੀਓ। ਇੱਥੋਂ ਦੇ ਗਵਰਨਰ ਆ ਜਗਦੀਸ਼ ਮੁਖੀ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਮਣੀਪੁਰ ਤੋਂ ਤ੍ਰਿਪੁਰਾ ਨੂੰ ਅਸਮ ਰਾਹੀਂ ਜੋੜਨ ਵਾਲੀ ਜਨ ਸ਼ਤਾਬਦੀ ਐਕਸਪ੍ਰੈਸ ਵੇ ਰੇਲ ਗੱਡੀ ਨੇ ਕਿਸ ਨੇ ਸ਼ੁਰੂ ਕੀਤੀ? ਹਾਂਜੀ, ਐਕਸਪ੍ਰੈਸ ਰੇਲ ਗੱਡੀ ਸ਼ੁਰੂ ਕੀਤੀ ਹੈ ਜਿਹੜੀ ਕਿ ਤ੍ਰਿਪੁਰਾ ਅਤੇ ਅਸਮ ਨੂੰ ਜੋੜਨ ਵਾਲੀ ਆ, ਜਾਣੀ ਕਿ ਤ੍ਰਿਪੁਰਾ ਅਤੇ ਅਸਮ ਨੂੰ ਜੋੜਦੀ ਆ। ਤੇ ਇਹ ਕਿਸ ਨੇ ਸ਼ੁਰੂ ਕੀਤੀ ਆ? ਅਸ਼ਨਵੀ ਵੈਸ਼ਨਵ ਨੇ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਸ਼ਨਵੀ ਵੈਸ਼ਨਵ ਸਾਡੇ ਰੇਲ ਸੰਚਾਰ ਅਤੇ ਸੂਚਨਾ ਪ੍ਰਸਾਰਣ ਮੰਤਰੀ ਆ। ਅਗਲਾ ਪ੍ਰਸ਼ਨ, ਉੱਤਰ ਪੂਰਬ ਤਿਉਹਾਰ ਦਾ 9ਵਾਂ ਐਡੀਸ਼ਨ ਹਾਲ ਹੀ ਵਿੱਚ ਕਿੱਥੇ ਸਮਾਪਤ ਹੋਇਆ? ਹਾਂਜੀ, ਉੱਤਰ ਪੂਰਬ ਤਿਉਹਾਰ ਦਾ ਰੀਸੈਂਟਲੀ 9ਵਾਂ ਐਡੀਸ਼ਨ ਸਮਾਪਤ ਹੋਇਆ ਹੈ ਅਸਮ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਅਸਮ ਵਿੱਚ ਪਹਿਲੀ ਖੇਡ ਯੂਨੀਵਰਸਿਟੀ ਦਾ ਉਦਘਾਟਨ ਕਿਸ ਨੇ ਕੀਤਾ? ਹਾਂਜੀ, ਅਸਮ ਦੇ ਵਿੱਚ ਸਭ ਤੋਂ ਪਹਿਲੀ ਖੇਡ ਯੂਨੀਵਰਸਿਟੀ ਦਾ ਉਦਘਾਟਨ ਕੀਤਾ ਹੈ, ਕਿਹਨਾਂ ਨੇ ਕੀਤਾ ਹੈ? ਸਰਬਾਨੰਦ ਸੋਨੋਵਾਲ ਨੇ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਸਰਬਾਨੰਦ ਸੋਨੋਵਾਲ ਕਿਸ ਮੰਤਰਾਲੇ ਦੇ ਮੰਤਰੀ ਹੈ? ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ। ਤੇ ਅਸਮ ਦੇ ਦਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਇਹ ਖੇਡ ਯੂਨੀਵਰਸਿਟੀ ਦਾ ਉਦਘਾਟਨ ਕੀਤਾ ਗਿਆ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ। 12ਵਾਂ ਭਾਰਤ ਰਤਨ ਡਾਕਟਰ ਅੰਬੇਡਕਰ ਪੁਰਸਕਾਰ ਕਿਸ ਨੂੰ ਦਿੱਤਾ ਗਿਆ? 12ਵਾਂ ਭਾਰਤ ਰਤਨ ਡਾਕਟਰ ਅੰਬੇਡਕਰ ਪੁਰਸਕਾਰ ਦਿੱਤਾ ਗਿਆ ਹਰਸ਼ਾਲੀ ਮਲਹੋਤਰਾ ਨੂੰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਇਹਨਾਂ ਨੇ ਬਜਰੰਗੀ ਬਾਈਜ਼ਾਨ ਵਿੱਚ ਜੋ ਛੋਟੀ ਜਿਹੀ ਬੱਚੀ ਸੀ, ਬਜਰੰਗੀ ਬਾਈਜ਼ਾਨ ਦੇ ਵਿੱਚ ਜਿਹੜੀ ਛੋਟੀ ਜਿਹੀ ਬੱਚੀ ਸੀ ਉਸ ਦਾ ਰੋਲ ਕੀਤਾ ਸੀ ਹਰਸ਼ਾਲੀ ਮਲਹੋਤਰਾ ਨੇ। ਤੇ ਹੁਣ ਇਹਨਾਂ ਨੂੰ 12ਵਾਂ ਭਾਰਤ ਰਤਨ ਡਾਕਟਰ ਅੰਬੇਡਕਰ ਪੁਰਸਕਾਰ ਦਿੱਤਾ ਗਿਆ। ਹਾਂਜੀ, ਵੈਸੇ ਤੁਹਾਨੂੰ ਇਹ ਵੀ ਯਾਦ ਹੋਣਾ ਚਾਹੀਦਾ ਕਿ ਮਹਾਰਾਸ਼ਟਰ ਦੇ ਜੋ ਗਵਰਨਰ ਆ ਭਗਤ ਸਿੰਘ ਕੋਸ਼ਿਆਰੀ, ਉਹ ਇਸ ਵਾਰ ਦੇ ਗਣਤੰਤਰ ਦਿਵਸ ਉੱਪਰ ਇਹਨਾਂ ਨੂੰ ਸਨਮਾਨਿਤ ਕਰਨਗੇ। ਠੀਕ ਹੈ, ਜਾਂ ਕਹਿ ਸਕਦੇ ਹਾਂ ਗਣਤੰਤਰ ਦਿਵਸ ਦੇ ਉੱਪਰ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਨੈਕਸਟ ਕੁਐਸਚਨ, ਭਾਰਤ ਦੇ ਸਭ ਤੋਂ ਪੁਰਾਣੇ ਰਿਛ ਗੁਲਾਬੋ ਦੀ ਮੌਤ ਕਿੱਥੇ ਹੋਈ? ਹਾਂਜੀ, ਭਾਰਤ ਦਾ ਸਭ ਤੋਂ ਪੁਰਾਣਾ ਰਿਛ ਸੀ ਗੁਲਾਬੋ। ਰਿਛ ਸੀ ਜਾਂ ਮਾਦਾ ਭਾਲੂ ਸੀ ਕਹਿ ਸਕਦੇ ਹਾਂ ਅਸੀਂ, ਗੁਲਾਬੋ ਆ ਜਿਸ ਦਾ ਨਾਮ। ਤੇ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਵਨ ਵਿਹਾਰ ਰਾਸ਼ਟਰੀ ਉਦਿਆਨ ਵਿੱਚ ਇਸ ਦਾ ਦੇਹਾਂਤ ਹੋਇਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ, ਮੱਧ ਪ੍ਰਦੇਸ਼। ਹਾਂਜੀ, ਅਗਲਾ ਪ੍ਰਸ਼ਨ, ਕਿਸ ਨੂੰ ਇਸਰੋ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ? ਇਸਰੋ ਦੇ ਨਵੇਂ ਮੁਖੀ ਨਿਯੁਕਤ ਕੀਤਾ ਗਿਆ ਐਸ ਸੋਮਨਾਥ ਨੂੰ। ਇਹ ਇੱਕ ਰਾਕੇਟ ਵਿਗਿਆਨੀ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਹੁਣ ਇਸਰੋ ਦੇ ਮੁਖੀ ਅਪੁਆਇੰਟ ਹੋਏ ਆ। ਇਸਰੋ ਜਾਨੀ ਕਿ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਇਸ ਦੀ ਸਥਾਪਨਾ ਕਦੋਂ ਹੋਈ ਸੀ? 1959 ਦੇ ਵਿੱਚ। ਤੇ ਇਸ ਦਾ ਹੈੱਡਕੁਆਰਟਰ ਆ ਬੰਗਲੌਰ ਦੇ ਵਿੱਚ। ਐਟ ਪ੍ਰੈਜ਼ੈਂਟ ਇਸ ਦੇ ਚੀਫ ਤਾਂ ਇਹੀ ਬਣ ਗਏ ਨੇ ਐਸ ਸੋਮਨਾਥ। ਨੈਕਸਟ ਕੁਐਸਚਨ, 18ਵਾਂ ਕਚਾਈ ਨਿੰਬੂ ਤਿਉਹਾਰ ਕਿੱਥੇ ਸ਼ੁਰੂ ਹੋਇਆ? ਹਾਂਜੀ, 18ਵਾਂ ਕਚਾਈ ਨਿੰਬੂ ਤਿਉਹਾਰ ਕਿੱਥੇ ਸ਼ੁਰੂ ਹੋਇਆ ਹੈ? ਮਣੀਪੁਰ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਇਹ ਤਿਉਹਾਰ ਮਣੀਪੁਰ ਦੇ ਵਿੱਚ ਸ਼ੁਰੂ ਹੋਇਆ ਵਾ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ, ਇੰਪੋਰਟੈਂਟ ਆ ਤਿਉਹਾਰ ਆ ਜਿਹੜੇ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ। ਕਿਸ ਰਾਜ ਦੇ ਰਾਜਪਾਲ ਨੇ ਕੋਵਾ CHD ਐਪ ਲਾਂਚ ਕੀਤੀ? ਹਾਂਜੀ, ਕੋਵਾ CHD ਜਾਨੀ ਕਿ ਇਸ ਦਾ ਮਤਲਬ ਕੀ ਆ? ਚੰਡੀਗੜ੍ਹ ਆ ਸੀ ਕਿ CHD ਦਾ ਮਤਲਬ। ਇਹ ਐਪ ਲਾਂਚ ਕੀਤੀ ਆ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਇਹਨਾਂ ਨੇ ਕੋਵਿਡ-19 ਨਾਲ ਜੁੜੀ ਹੋਈ ਸਾਰੀ ਇਨਫੋਰਮੇਸ਼ਨ ਦੇਣ ਦੇ ਲਈ ਕੋਵਾ ਚੰਡੀਗੜ੍ਹ ਐਪ ਲਾਂਚ ਕੀਤੀ ਸੀ। ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਆ ਇਹ ਬਨਵਾਰੀ ਲਾਲ ਪੁਰੋਹਿਤ, ਤੇ ਇਹਨਾਂ ਨੇ ਕੋਵਾ ਚੰਡੀਗੜ੍ਹ ਐਪ ਲਾਂਚ ਕੀਤੀ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਇੰਡੀਅਨ ਆਰਮੀ ਡੇ ਕਦੋਂ ਮਨਾਇਆ ਜਾਂਦਾ ਹੈ? ਹਾਂਜੀ, ਇੰਡੀਅਨ ਆਰਮੀ ਡੇ ਕਦੋਂ ਮਨਾਇਆ ਜਾਂਦਾ? 15 ਜਨਵਰੀ ਨੂੰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਇਸ ਵਾਰ 74ਵਾਂ ਭਾਰਤੀ ਸੈਨਾ ਦਿਵਸ ਮਨਾਇਆ ਗਿਆ ਜਾਂ ਆਰਮੀ ਡੇ ਮਨਾਇਆ ਗਿਆ। ਠੀਕ ਹੈ, ਕਿਉਂ ਮਨਾਇਆ ਜਾਂਦਾ ਵਾ? ਦੇਸ਼ ਅਤੇ ਨਾਗਰਿਕਾਂ ਦੀ ਰੱਖਿਆ ਦੇ ਲਈ ਆਪਣੀ ਜਾਨ ਦੇਣ ਵਾਲੇ ਬਹਾਦਰ ਸੈਨਿਕਾਂ ਨੂੰ ਸਲਾਮ ਕਰਨ ਦੇ ਲਈ ਇਹ ਦਿਵਸ 15 ਜਨਵਰੀ ਨੂੰ ਮਨਾਇਆ ਜਾਂਦਾ। ਤੇ ਸਾਡੇ ਦੇਖੋ, ਸਾਡੇ ਲੈਫਟੀਨੈਂਟ ਗਵਰਨਰ ਜਨਰਲ ਸੀ KM ਕਰੀਮੱਪਾ, ਤੇ ਇਹਨਾਂ ਨੇ ਭਾਰਤੀ ਸੈਨਾ ਦੇ ਪਹਿਲੇ ਕਮਾਂਡਰ ਇਨ ਚੀਫ ਦੇ ਰੂਪ ਵਿੱਚ ਆਪਣਾ ਅਹੁਦਾ ਸੰਭਾਲਿਆ ਸੀ 15 ਜਨਵਰੀ ਨੂੰ। ਇਸ ਲਈ ਹਰ ਸਾਲ 15 ਜਨਵਰੀ ਨੂੰ ਇੰਡੀਅਨ ਆਰਮੀ ਡੇ ਮਨਾਇਆ ਜਾਂਦਾ।
ऑप्शन नंबर बी इज़ द राइट आंसर। हाँ जी, अगला प्रश्न ਅਸੀਂ ਕਰਦੇ ਹਾਂ। ਭਾਰਤੀ ਰੇਲਵੇ ਟ੍ਰੇਨ ਗਾਰਡ ਦੇ ਅਹੁਦੇ ਦਾ ਨਾਮ ਬਦਲ ਕੇ ਕੀ ਰੱਖਿਆ ਗਿਆ? ਭਾਰਤੀ ਰੇਲਵੇ ਟ੍ਰੇਨ ਗਾਰਡ ਦੇ ਅਹੁਦੇ ਦਾ ਨਾਮ ਬਦਲ ਕੇ ਟ੍ਰੇਨ ਮੈਨੇਜਰ ਰੱਖ ਦਿੱਤਾ ਗਿਆ। ਆਪਸ਼ਨ ਨੰਬਰ ਬੀ ਇਜ਼ ਦ ਰਾਈਟ ਆਂਸਰ। ਤੇ ਸਾਡੇ ਐਟ ਪ੍ਰੈਜ਼ੈਂਟ ਰੇਲ ਮੰਤਰੀ ਕੌਣ ਨੇ? ਅਸ਼ਨਵੀ ਵੈਸ਼ਨਵ। ਨੈਕਸਟ ਕੁਐਸਚਨ, ਕਿਸ ਦੇਸ਼ ਨੇ ਰੇਡੀਓ ਫ੍ਰੀਕੁਐਂਸੀ ਪਛਾਣ ਆਧਾਰਿਤ ਈ ਪਾਸਪੋਰਟ ਪੇਸ਼ ਕੀਤਾ? हाँ जी, रिसेंटली इंडिया देश ने रेडियो फ्रीकुएंसी पछाण आधारित ई पासपोर्ट लॉन्च किया। ऑप्शन नंबर सी इज़ द राइट आंसर। हुण साडे देश भारत ने किया। देखो इस ई पासपोर्ट विच की होवेगा, एक चिप लगी होवेगी ਅਤੇ इस चिप दे विच व्यक्ति का पूरा बायोडाटा दिता होवेगा। ठीक है जी। हाँ जी, नैक्सट क्वेश्चन असीं करते हैं। किस राज विच जल्लीकट्टू का आयोजन किया गया? हाँ जी, जल्लीकट्टू का आयोजन तमिलनाडु दे विच किया गया। ऑप्शन नंबर बी इज़ द राइट आंसर। नैक्सट क्वेश्चन, किस देश के विग्यानियों ने धरती ते नकली चंद बनाया? हाँ जी, किहड़े देश के विग्यानियों ने धरती ते नकली चंद बनाया? चीन के विग्यानियों ने। ऑप्शन नंबर बी इज़ द राइट आंसर। तो चीन के विग्यानियों ने धरती उपर ही नकली चंद बनाया वा। ठीक है, तो इस तो पहला वो चीन के विग्यानी धरती ते नकली सूरज बना चुके हैं। हुण इन्हां ने नकली चंद्रमा बनाया वा, तो इस नकली चंद्रमा के माध्यम तो विग्यानिक उतों की वातावरण की स्थिति और भविख की मतलब वो जिन्ने भी अभियान आ उन्हों की तैयारी करनगे। ठीक है जी। हाँ जी, हुण असीं गल कीती है चाइना की, तो चाइना की कैपिटल की है? बीजिंग। अगला प्रश्न असीं करते हैं। देश की पहली न्याय घड़ी किस राज विच लगाई गई? हाँ जी, देश की पहली न्याय घड़ी गुजरात हाई कोर्ट दे विच लगाई गई। ऑप्शन नंबर बी इज़ द राइट आंसर। गुजरात हाई कोर्ट की वाल उपर एक डिजिटल वॉच लगाई गई है। ये किन्ने मसले किन्ने मामले या फिर किहड़ा केस किन्ने समय तो किन्ना लंबा चल रहा अते किन्ने केसां की सुनवाई चल रही है, ये सब दिखाएगी। ठीक है जी। नैक्सट क्वेश्चन, किसने सर्वोत्तम फीफा पुरुष खिडारी का खिताब जितया? हाँ जी, सर्वोत्तम फीफा पुरुष खिडारी का खिताब जितया है रॉबर्ट लेवाडस्करी ने। ऑप्शन नंबर सी इज़ द राइट आंसर। ठीक है जी। नैक्सट क्वेश्चन, पुस्तक बिरसा मुंडा किसने लिखी? हाँ जी, पुस्तक बिरसा मुंडा लिखी है अंकिता वर्मा और टूहिन आ सिन्हा ने मिलके। ऑप्शन नंबर सी इज़ द राइट आंसर, बोथ ऑफ द अबव। अगला प्रश्न, हाल ही विच जियो ने 6G खोज नूं तेज़ करन लई किस देश की यूनीवर्सिटी ऑफ ओलू नाल समझौता किया? तो यह समझौता होया फिनलैंड की यूनीवर्सिटी के नाल। ऑप्शन नंबर बी इज़ द राइट आंसर। फिनलैंड की कैपिटल की है? हेलेनेस्की। ठीक है, तो इतों की करंसी है यूरो। हाँ जी, अगला प्रश्न, हाल ही विच रामगढ़ वाइल्ड लाइफ सेंचुरी नूं किस राज के चौथे टाइगर रिजर्व वजों घोषित किया गया? तो इसनूं घोषित किया गया है राजस्थान राज के चौथे टाइगर रिजर्व वजों। ठीक है जी, ये तुसीं याद रखना। अगला प्रश्न असीं करते हैं। किस राज के सत्यमंगलम टाइगर रिजर्व ने TX2 पुरस्कार जितया? तो यह पुरस्कार जितया तमिलनाडु के सत्यमंगलम टाइगर रिजर्व ने, क्योंकि इत्थे बाघां की आबादी दुगनी हो गई, इस करके इसनूं सत्यमंगलम टाइगर रिजर्व नूं TX2 का पुरस्कार मिले। ऑप्शन नंबर बी इज़ द राइट आंसर। अगला प्रश्न, एशियाई खेडां 2022 कित्थे होणगियां? हाँ जी, एशियाई खेडां 2022 कित्थे होणगियां? चाइना दे विच। ऑप्शन नंबर सी इज़ द राइट आंसर। अगला प्रश्न असीं करते हैं जी, भारत का सब तो वड्डा EV चार्जिंग स्टेशन कित्थे खोलिया गया है? हाँ जी, भारत का सब तो वड्डा EV चार्जिंग स्टेशन कित्थे खोलिया गया? इलैक्ट्रिकल वहीकल चार्जिंग स्टेशन खोलिया गया गुरुग्राम दे विच। ऑप्शन नंबर ए इज़ द राइट आंसर। ठीक है जी। हाँ जी, अगला प्रश्न असीं करते हैं। हाकी महिला एशिया कप विच भारत ने किहड़ा मैडल जितया? हाकी महिला एशिया कप दे विच भारत ने कांसी का मैडल जितया। ऑप्शन नंबर सी इज़ द राइट आंसर। इस वीडियो को लाइक और शेयर जरूर कर देना। हाँ जी, किस मंत्रालय ने विजन दस्तावेज जारी किया है? हाँ जी, विजन नाम का दस्तावेज जारी किया है, तो किहड़े मंत्रालय ने किया है? मिनिस्ट्री ऑफ फूड प्रोसैसिंग इंडस्ट्रीज मंत्रालय ने। ऑप्शन नंबर बी इज़ द राइट आंसर। अगला प्रश्न असीं करते हैं जी, किहड़े देश का संबंध आदिवासी झंडे नाल है जो रीसेंटली खबरों के विच चल रहा? हाँ जी, ये फरवरी दे विच इस तरह MCQ बनिया सी तुहाडा कि किहड़े देश का संबंध आदिवासी झंडे नाल आ।
ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ ਆਸਟ੍ਰੇਲੀਆ। ਆਸਟ੍ਰੇਲੀਆ ਦੇਸ਼ ਦਾ ਸੰਬੰਧ ਆदिवासी ਝੰਡੇ ਦੇ ਲਈ ਆ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਹਾਲ ਹੀ ਵਿੱਚ IIT ਖੜਗਪੁਰ ਦੇ ਵਿਗਿਆਨੀਆਂ ਨੇ ਕਿਹੜੀ ਬਿਮਾਰੀ ਦਾ ਪਤਾ ਲਗਾਉਣ ਲਈ ਇੱਕ ਪੋਰਟੇਬਲ ਯੰਤਰ ਵਿਕਸਿਤ ਕੀਤਾ? ਹਾਂਜੀ, IIT ਖੜਗਪੁਰ ਦੇ ਵਿਗਿਆਨੀਆਂ ਨੇ ਰੀਸੈਂਟਲੀ ਔਰਲ ਕੈਂਸਰ ਦੀ ਬਿਮਾਰੀ ਦਾ ਪਤਾ ਲਗਾਉਣ ਦੇ ਲਈ ਇੱਕ ਪੋਰਟੇਬਲ ਯੰਤਰ ਲਾਂਚ ਕੀਤਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਕਰਦੇ ਹਾਂ ਜੀ ਅਸੀਂ। ਫੀਅਰਲੈਸ ਗਵਰਨੈਂਸ ਕਿਤਾਬ ਕਿਸ ਨੇ ਲਿਖੀ? ਹਾਂਜੀ, ਫੀਅਰਲੈਸ ਆ, ਇੱਥੇ ਫੀਅਰਲੈਸ ਲਿਖਿਆ, ਇੱਥੇ ਫੀਅਰਲੈਸ। ਤੁਸੀਂ ਇੰਗਲਿਸ਼ ਦੇ ਵਿੱਚ ਨਾਮ ਯਾਦ ਰੱਖਣਾ। ਫੀਅਰਲੈਸ ਗਵਰਨੈਂਸ ਕਿਤਾਬ ਕਿਸ ਨੇ ਜਾਰੀ ਕੀਤੀ ਆ? ਤਾਂ ਇਹ ਕਿਤਾਬ ਜਾਰੀ ਕੀਤੀ ਆ ਜੀ ਕਿਰਨ ਬੇਦੀ ਨੇ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ, ਕਿਰਨ ਬੇਦੀ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਲੰਬੀ ਦੂਰੀ ਦੀਆਂ ਯਾਤਰੀ ਬੱਸਾਂ ਵਿੱਚ ਫਾਇਰ ਅਲਾਰਮ ਲਗਾਉਣਾ ਕਿਸ ਨੇ ਲਾਜ਼ਮੀ ਕੀਤਾ? ਹਾਂਜੀ, ਲੰਬੀ ਦੂਰੀ ਦੀਆਂ ਯਾਤਰੀ ਬੱਸਾਂ ਦੇ ਵਿੱਚ ਫਾਇਰ ਅਲਾਰਮ ਲਗਾਉਣਾ ਲਾਜ਼ਮੀ ਕੀਤਾ ਹੈ। ਕਿਹਨਾਂ ਨੇ ਕੀਤਾ? ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇ। ਦੇਖੋ, ਸਫ਼ਰ ਨਾਲ ਸੰਬੰਧਿਤ ਆ ਤਾਂ ਇੱਥੋਂ ਹੀ ਥੋੜਾ ਅੰਦਾਜ਼ਾ ਲਗਾ ਲੈਣਾ ਕਿ ਰੋਡ ਟਰਾਂਸਪੋਰਟ ਐਂਡ ਹਾਈਵੇ ਨੇ ਇਹ ਜ਼ਰੂਰੀ ਕੀਤਾ ਵਾ ਲੰਬੀ ਦੂਰੀ ਦੀਆਂ ਯਾਤਰੀ ਬੱਸਾਂ ਵਿੱਚ ਫਾਇਰ ਅਲਾਰਮ ਲਗਾਉਣਾ। ਹਾਂਜੀ, ਅਗਲਾ ਪ੍ਰਸ਼ਨ। ਸਪੀਟੁਕ ਗਸਟਰ ਫੈਸਟੀਵਲ 2022 ਕਿੱਥੇ ਸ਼ੁਰੂ ਹੋਇਆ? ਹਾਂਜੀ, ਸਪੀਟੁਕ ਗਸਟਰ ਫੈਸਟੀਵਲ 2022 ਕਿੱਥੇ ਸ਼ੁਰੂ ਹੋਇਆ? ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ੁਰੂ ਹੋਇਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ। ਸਾਬਰਮਤੀ ਨਦੀ ਦੇ ਮੋਰਚੇ ਤੇ ਮਿੱਟੀ ਦੇ ਕੁਹਾੜੇ ਨਾਲ ਬਣੇ ਮਹਾਤਮਾ ਗਾਂਧੀ ਦੀ ਮੁਰਲੀ ਕਿਸ ਨੇ ਖੋਲੀ ਹੈ? ਹਾਂਜੀ, ਸਾਬਰਮਤੀ ਨਦੀ ਦੇ ਮੋਰਚੇ ਤੇ ਮਿੱਟੀ ਦੇ ਕੁਹਾੜੇ ਨਾਲ ਬਣੀ ਮਹਾਤਮਾ ਗਾਂਧੀ ਜੀ ਦੀ ਖੋਲੀ ਆ ਅਮਿਤ ਸ਼ਾਹ ਨੇ, ਜੋ ਕਿ ਸਾਡੇ ਗ੍ਰਹਿ ਮੰਤਰੀ ਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ। ਰਿਕਾਰਡ 21ਵਾਂ ਗ੍ਰੈਂਡ ਸਲੈਮ ਖਿਤਾਬ ਕਿਸ ਨੇ ਜਿੱਤਿਆ? ਹਾਂਜੀ, ਰਿਕਾਰਡ 21ਵਾਂ ਗ੍ਰੈਂਡ ਸਲੈਮ ਖਿਤਾਬ ਆ ਜਿਹੜਾ ਇਹ ਕਿੰਨਾ ਨੇ ਜਿੱਤਿਆ? ਜਿਹੜੇ ਸਟੂਡੈਂਟਸ ਪੂਰੀ ਡਿਟੇਲ ਦੇ ਵਿੱਚ ਕਰਨਾ ਚਾਹੁੰਦੇ ਆ ਤਾਂ ਉਹ ਫਰਵਰੀ ਮੰਥ ਦੀ ਕਰੰਟ ਅਫੇਅਰ ਆਪਣੇ ਆਪ ਤੁਸੀਂ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ। ਹਰੇਕ ਕਰੰਟ ਅਫੇਅਰ ਦਾ ਨਾਲ ਹੀ PDF ਪਿਆ ਹੈ ਤੇ ਨਾਲ ਹੀ ਵੀਡੀਓ ਪਈ ਆ। ਠੀਕ ਹੈ, ਜਿਹੜੇ ਸਟੂਡੈਂਟਸ ਪੂਰੀ ਡਿਟੇਲ ਦੇ ਵਿੱਚ ਕਰਨਾ ਚਾਹੁੰਦੇ ਆ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ, ਮੈਂ ਪੂਰੀ ਡਿਟੇਲ ਦੇ ਵਿੱਚ ਕਰਵਾਈ ਹੋਈ ਆ। ਚੈਨਲ ਤੇ ਵਿਜ਼ਿਟ ਕਰਕੇ ਵੀ ਕਰ ਸਕਦੇ ਹੋ, ਪਰ ਚੈਨਲ ਤੋਂ ਲੱਭਣੀ ਤੁਹਾਡੇ ਲਈ ਮੁਸ਼ਕਿਲ ਹੋ ਜਾਵੇਗੀ। ਪਲੇਲਿਸਟ ਵੈਸੇ ਤਾਂ ਬਣੀ ਹੋਈ ਆ ਪਰ ਕਾਫੀ ਸਟੂਡੈਂਟਸ ਨੂੰ ਨਹੀਂ ਮਿਲਦੀ। ਠੀਕ ਹੈ, ਤਾਂ ਇਸ ਕਰਕੇ ਤੁਸੀਂ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਉੱਥੋਂ ਵੀ ਕਰ ਸਕਦੇ ਹੋ, ਕਿਉਂਕਿ ਉੱਥੇ ਹਰ ਇੱਕ ਕਰੰਟ ਅਫੇਅਰ ਤੇ ਨਾਲ PDF ਤੁਹਾਨੂੰ ਮਿਲ ਜਾਵੇਗਾ। ਹਾਂਜੀ, ਰਿਕਾਰਡ 21ਵਾਂ ਗ੍ਰੈਂਡ ਸਲੈਮ ਖਿਤਾਬ ਕਿਸ ਨੇ ਜਿੱਤਿਆ ਹੈ? ਤਾਂ ਇਹ ਖਿਤਾਬ ਜਿੱਤਿਆ ਹੈ ਜੀ, ਕਿਹਨਾਂ ਨੇ ਜਿੱਤਿਆ ਵਾ? ਰੈਫੇਲ ਨੈਡਲ ਨੇ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਹਾਂਜੀ, ਰਾਫੇਲ ਨਡਾਲ ਆ ਜਿਹੜੇ ਇਹ ਟੈਨਿਸ ਪਲੇਅਰ ਆ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ ਆ। ਕਿਸ ਨੂੰ ਰੱਖਿਆ ਖੂਫੀਆ ਏਜੰਸੀ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ? ਹਾਂਜੀ, ਰੱਖਿਆ ਖੂਫੀਆ ਏਜੰਸੀ ਦੇ ਨਵੇਂ ਮੁਖੀ ਨਿਯੁਕਤ ਕੀਤਾ ਗਿਆ ਹੈ GAV ਰੈਡੀ ਨੂੰ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ। ਸਾਲ 2021 ਦਾ ਵਰਲਡ ਗੇਮ ਐਥਲੀਟ ਅਵਾਰਡ ਕਿਸ ਨੇ ਜਿੱਤਿਆ? ਹਾਂਜੀ, 2021 ਦਾ ਵਰਲਡ ਗੇਮ ਐਥਲੀਟ ਅਵਾਰਡ ਜਿੱਤਿਆ ਹੈ PR ਸ਼੍ਰੀਜੇਸ਼ ਨੇ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਇਹ ਭਾਰਤੀ ਹਾਕੀ ਗੋਲਕੀਪਰ ਆ। ਠੀਕ ਹੈ, ਤੇ ਇਹਨਾਂ ਨੇ 2021 ਦਾ ਵਰਲਡ ਗੇਮ ਐਥਲੀਟ ਅਵਾਰਡ ਜਿੱਤਿਆ। ਨੈਕਸਟ ਕੁਐਸਚਨ। ਕਿਸ ਰਾਜ ਦੇ ਖਿਜ਼ਾੜੀਆ ਪੰਛੀ ਅਸਥਾਨ ਨੂੰ ਸਾਮਰ ਸਾਈਟ ਵਜੋਂ ਸੂਚੀਬੱਧ ਕੀਤਾ ਗਿਆ? ਹਾਂਜੀ, ਕਿਸ ਰਾਜ ਦੇ ਖਿਜ਼ਾੜੀਆ ਪੰਛੀ ਸਥਾਨ ਨੂੰ ਸਾਈਮਰ ਸਾਈਟ ਵਜੋਂ ਸੂਚੀਬੱਧ ਕੀਤਾ ਗਿਆ? ਤਾਂ ਇਹ ਕੀਤਾ ਗਿਆ ਹੈ ਜੀ, ਜਿਹੜੇ ਵੀ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ, ਗੁਜਰਾਤ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਰੀਸੈਂਟਲੀ 2 ਰਾਈਮਰ ਸਾਈਟ ਡਿਕਲੇਅਰ ਹੋਈਆਂ। ਇੱਕ ਤਾਂ ਖਿਜ਼ਾੜੀਆ ਦੀ ਗੱਲ ਕੀਤੀ ਅਸੀਂ। ਠੀਕ ਹੈ, ਤੇ ਦੂਸਰੀ ਆ ਬਖੀਰਾ ਵਨਜੀਵ, ਇਹ ਉੱਤਰ ਪ੍ਰਦੇਸ਼ ਦੇ ਵਿੱਚ ਆ। ਜਿਹੜੀ ਬਖੀਰਾ ਵਾ ਯਾਦ ਰੱਖਣਾ, ਬਖੀਰਾ ਵਨਜੀਵ ਆ ਇਹ ਉੱਤਰ ਪ੍ਰਦੇਸ਼ ਦੇ ਵਿੱਚ ਆ ਤੇ ਇਹਨਾਂ ਦੋਵਾਂ ਨੂੰ ਹੁਣ ਰਾਮਸਰ ਸਾਈਟ ਡਿਕਲੇਅਰ ਕੀਤਾ ਗਿਆ। ਹੁਣ ਇੰਡੀਆ ਦੇ ਵਿੱਚ ਟੋਟਲ 49 ਰਾਮਸਰ ਸਾਈਟ ਹੋ ਗਈਆਂ ਨੇ। ਠੀਕ ਹੈ, ਇਹਨਾਂ ਦੇ ਨਾਲ ਜਿਹੜੀਆਂ ਇਹ 2 ਡਿਕਲੇਅਰ ਕੀਤੀਆਂ ਗਈਆਂ ਸੀ ਇਹਨਾਂ ਦੇ ਨਾਲ 49 ਹੋਈਆਂ ਸੀ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਕਿਹੜੀ ਕ੍ਰਿਕਟ ਟੀਮ 1000 ਵਨ ਡੇ ਖੇਡਣ ਲਈ ਦੁਨੀਆ ਦੀ ਪਹਿਲੀ ਟੀਮ ਬਣੇਗੀ? ਹਾਂਜੀ, 1000 ਵਨ ਡੇ ਖੇਡਣ ਵਾਲੀ ਦੁਨੀਆ ਦੀ ਪਹਿਲੀ ਕ੍ਰਿਕਟ ਟੀਮ ਬਣੇਗੀ ਇੰਡੀਆ ਦੀ।
ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਰੀਸੈਂਟਲੀ ਇੰਡੀਆ ਅਤੇ ਵੈਸਟ ਇੰਡੀਜ਼ ਦੇ ਵਿੱਚ ਅਹਿਮਦਾਬਾਦ ਵਿੱਚ ਇੱਕ ਟੈਸਟ ਮੈਚ ਹੋਇਆ ਸੀ ਫਰਵਰੀ ਦੇ ਵਿੱਚ। ਜਿਵੇਂ ਕਿ ਇਹ ਮੈਚ ਟੈਸਟ ਇੰਡੀਆ ਖੇਡੇਗੀ, ਠੀਕ ਹੈ, ਤੇ ਜਾਣੀ ਕਿ ਜਿਵੇਂ ਹੀ ਇਹ ਮੈਚ ਟੈਸਟ ਇੰਡੀਆ ਖੇਡੇਗੀ, ਟੀਮ ਇੰਡੀਆ ਦੁਨੀਆ ਦੀ ਇਸ ਤਰ੍ਹਾਂ ਦੀ ਟੀਮ ਬਣ ਜਾਵੇਗੀ ਜੋ 1000 ਵਨਡੇ ਖੇਡੇਗੀ। ਹਾਂਜੀ, ਅਗਲਾ ਪ੍ਰਸ਼ਨ ਆ, ਆਰਮੀ ਡੇ ਪਰੇਡ ਕਿਸ ਨੇ ਟੌਪ ਕੀਤਾ? ਹਾਂਜੀ, ਆਰਮੀ ਡੇ ਪਰੇਡ ਦੇ ਵਿੱਚ ਕਿਸ ਨੇ ਟੌਪ ਕੀਤਾ? ਵੈਰੀ ਇੰਪੋਰਟੈਂਟ, ਅਸਮ ਰੈਜੀਮੈਂਟ ਨੇ ਕੀਤਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਸੈਕਿੰਡ ਤੇ ਕਿਸ ਨੇ ਕੀਤਾ? ਰਾਜਪੂਤ ਰੈਜੀਮੈਂਟ ਨੇ ਕੀਤਾ। ਠੀਕ ਹੈ, ਇਸ ਵਾਰ ਦੇ ਸੈਨਾ ਦਿਵਸ ਪਰੇਡ ਦਾ ਇਹ ਜੋ ਅਵਾਰਡ ਆ, ਇਹ ਸਾਡੇ ਸੈਨਾ ਪ੍ਰਮੁੱਖ ਜਨਰਲ ਮਨੋਜ ਮੁਕੁੰਦ ਨਰਵੜੇ ਨੇ ਅਸਮ ਰੈਜੀਮੈਂਟ ਨੂੰ ਪ੍ਰਦਾਨ ਕੀਤਾ। ਠੀਕ ਹੈ ਜੀ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਲੌਰੀਅਸ ਵਿਸ਼ਵ ਖੇਡ ਪੁਰਸਕਾਰ ਲਈ ਕਿਸ ਨੂੰ ਨਾਮਜ਼ਦ ਕੀਤਾ ਗਿਆ ਹੈ? ਹਾਂਜੀ, ਲੌਰੀਅਸ ਵਿਸ਼ਵ ਖੇਡ ਪੁਰਸਕਾਰ ਦੇ ਲਈ ਕਿਸ ਨੂੰ ਨਾਮਜ਼ਦ ਕੀਤਾ ਗਿਆ? ਨੀਰਜ ਚੋਪੜਾ ਨੂੰ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਲੌਰੀਅਸ ਵਰਲਡ ਸਪੋਰਟਸ ਅਵਾਰਡ ਇਸ ਦੇ ਲਈ ਟੋਕੀਓ ਓਲੰਪਿਕ ਵਿੱਚ ਗੋਲਡ ਮੈਡਲ ਵਿਜੇਤਾ ਵਾਲੇ ਨੀਰਜ ਚੋਪੜਾ ਨੂੰ ਚੁਣਿਆ ਗਿਆ। ਹਾਂਜੀ, ਨੈਕਸਟ ਕੁਐਸਚਨ, ਤੌਰਗਿਆ ਤਿਉਹਾਰ 2022 ਕਿੱਥੇ ਮਨਾਇਆ ਜਾਂਦਾ? ਹਾਂਜੀ, ਗੱਲ ਕਰ ਰਹੇ ਹਾਂ ਆਪਾਂ ਤੌਰਗਿਆ ਤਿਉਹਾਰ 2022 ਦੀ। ਇਹ ਕਿੱਥੇ ਮਨਾਇਆ ਜਾਂਦਾ ਹੈ? ਇਹ ਮਨਾਇਆ ਜਾਂਦਾ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਰੁਣਾਚਲ ਪ੍ਰਦੇਸ਼ ਦੇ ਆਦੀਵਾਸੀ ਸਮੁਦਾਇ ਦਾ 3 ਦਿਵਸੀ ਤੌਰਗਿਆ ਮਹਾਉਤਸਵ ਅਰੁਣਾਚਲ ਪ੍ਰਦੇਸ਼ ਦੇ ਤਵਾਗ ਮੱਠ ਦੇ ਵਿੱਚ ਮਨਾਇਆ ਜਾਂਦਾ ਹੈ। ਹਾਂਜੀ, ਅਗਲਾ ਪ੍ਰਸ਼ਨ ਆ, ਗਣਤੰਤਰ ਦਿਵਸ ਪਰੇਡ 2022 ਵਿੱਚ ਸਰਬੋਤਮ ਰਾਜ ਝਾਕੀ ਵਜੋਂ ਕਿਸ ਨੂੰ ਚੁਣਿਆ ਗਿਆ? ਹਾਂਜੀ, ਗਣਤੰਤਰ ਦਿਵਸ ਪਰੇਡ 2022 ਵਿੱਚ ਸਰਬੋਤਮ ਰਾਜ ਝਾਕੀ ਵਜੋਂ ਚੁਣਿਆ ਗਿਆ ਵਾ ਉੱਤਰ ਪ੍ਰਦੇਸ਼ ਨੂੰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ, ਉੱਤਰ ਪ੍ਰਦੇਸ਼। ਉੱਤਰ ਪ੍ਰਦੇਸ਼ ਨੂੰ ਸਰਬੋਤਮ ਮਤਲਬ ਫਸਟ ਤੇ ਚੁਣਿਆ ਗਿਆ, ਸੈਕਿੰਡ ਤੇ ਕਰਨਾਟਕ ਤੇ ਥਰਡ ਤੇ ਮੇਘਾਲਿਆ ਨੂੰ ਚੁਣਿਆ ਗਿਆ। ਠੀਕ ਹੈ, ਤੇ ਆਪਾਂ ਗੱਲ ਕਰ ਰਹੇ ਸੀਗੇ ਜਾਣੀ ਕਿ ਫਰਵਰੀ ਦੇ ਮੰਥ ਦੀ। ਠੀਕ ਹੈ, ਤੇ ਦੇਖੋ ਸੈਨਾ ਦਿਵਸ ਦੇ ਉੱਪਰ ਸਰਬ ਸ੍ਰੇਸ਼ਟ ਝਾਕੀ ਅਸਮ ਰੈਜ਼ੀਡੈਂਟ ਰਹੀ ਆ, ਜਿਹੜੀ ਕਿ ਆਪਾਂ ਉੱਪਰ ਕੀਤਾ ਸੀਗਾ, ਤੇ ਉਸ ਦੇ ਵਿੱਚ ਸਰਬੋਤਮ ਚੁਣਿਆ ਵਾ ਉੱਤਰ ਪ੍ਰਦੇਸ਼ ਨੂੰ। ਠੀਕ ਹੈ ਜੀ, ਸੈਕਿੰਡ ਤੇ ਕਰਨਾਟਕ, ਥਰਡ ਤੇ ਮੇਘਾਲਿਆ। ਸਮਝ ਕੇ ਕਰਨਾ ਇਹਨਾਂ ਦਾ ਆਪਸ 'ਚ ਲਿੰਕ ਆ। ਅਗਲਾ ਪ੍ਰਸ਼ਨ, UGC ਦਾ ਨਵਾਂ ਚੇਅਰਮੈਨ ਕੌਣ ਬਣਿਆ? ਹਾਂਜੀ, UGC ਦੇ ਨਵੇਂ ਚੇਅਰਮੈਨ ਬਣੇ ਆ, ਕੌਣ ਬਣੇ ਆ? M ਜਗਦੀਸ਼ ਕੁਮਾਰ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। M ਜਗਦੀਸ਼ ਕੁਮਾਰ ਆ ਜਿਹੜੇ UGC ਦੇ ਨਵੇਂ ਚੇਅਰਮੈਨ ਬਣੇ। ਠੀਕ ਹੈ ਜੀ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ICC ਸਪਿਰਿਟ ਆਫ ਕ੍ਰਿਕਟ ਅਵਾਰਡ 2021 ਕਿਸ ਨੇ ਜਿੱਤਿਆ? ਤਾਂ ਇਹ ਜਿੱਤਿਆ ਹੈ ਜੀ ਡੈਰਿਲ ਮਿਸੇਲ ਨੇ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਇਹ ਨਿਊਜ਼ੀਲੈਂਡ ਦੇ ਕ੍ਰਿਕਟਰ ਆ। ਅਗਲਾ ਪ੍ਰਸ਼ਨ, ਕਿਸ ਦੇਸ਼ ਨੇ ਸਰਦ ਰੁੱਤ ਓਲੰਪਿਕ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਦੇ ਕੂਟਨੀਤਿਕ ਬਾਈਕਾਟ ਦਾ ਐਲਾਨ ਕੀਤਾ? ਦੇਖੋ ਜਿਹੜੀਆਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵਿੰਟਰ ਓਲੰਪਿਕ ਹੋਈਆਂ ਸੀਗੀਆਂ ਚਾਈਨਾ ਦੇ ਵਿੱਚ। ਚਾਈਨਾ ਦੀ ਕੈਪੀਟਲ ਬੀਜ਼ਿੰਗ ਦੇ ਵਿੱਚ ਵਿੰਟਰ ਓਲੰਪਿਕ ਹੋਈਆਂ ਸੀ, ਜੋ 4 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ ਚੱਲੀਆਂ ਸੀਗੀਆਂ, ਤੇ ਉਸ ਦੇ ਵਿੱਚ ਸਾਡੇ ਦੇਸ਼ ਇੰਡੀਆ ਨੇ ਬਾਈਕਾਟ ਕੀਤਾ ਸੀ, ਉਸ ਦੇ ਉਦਘਾਟਨ ਵਿੱਚ ਵੀ ਸ਼ਾਮਿਲ ਹੋਣ ਤੋਂ ਤੇ ਉਸ ਦੀ ਸਮਾਪਤੀ ਵਿੱਚ ਵੀ ਸ਼ਾਮਿਲ ਹੋਣ ਤੋਂ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਕਿਉਂ ਕੀਤਾ ਸੀਗਾ? ਇਸ ਤੇ ਇੱਕ ਬਹਿਸ ਹੋਈ ਸੀਗੀ ਕਿ ਚੀਨ ਨੇ ਸ਼ੀਤਕਾਲੀਨ ਓਲੰਪਿਕ ਵਿੱਚ ਮਿਸਾਲ ਵਾਹਕ ਦੇ ਰੂਪ ਵਿੱਚ ਉਸ ਵਿਅਕਤੀ ਨੂੰ ਚੁਣਿਆ ਜੋ ਗਲਵਾਨ ਘਟਨਾ ਦੇ ਵਿੱਚ ਸ਼ਾਮਿਲ ਸੀ। ਗਲਵਾਨ ਘਾਟੀ ਦੇ ਵਿੱਚ ਜੋ ਚੀਨ ਦੇ ਵਿੱਚ ਘਟਨਾ ਹੋਈ ਸੀ, ਉਸ ਵਿੱਚ ਸਾਡਾ ਇੱਕ ਕਰਨਲ ਅਤੇ 20 ਭਾਰਤੀ ਸੈਨਿਕ ਮਾਰੇ ਗਏ ਸੀਗੇ। ਭਾਰਤੀ ਸੈਨਿਕ ਮਾਰੇ ਗਏ ਸੀ। ਠੀਕ ਹੈ, ਉਸ ਘਟਨਾ ਵਿੱਚ ਉਹ ਬੰਦਾ ਸ਼ਾਮਿਲ ਕੀਤਾ ਗਿਆ ਸੀਗਾ, ਜਾਂ ਉਹ ਬੰਦਾ ਸ਼ਾਮਿਲ ਸੀ ਇਸ ਤੇ ਉਹ ਜਿਸ ਨੂੰ ਚੀਨ ਨੇ ਚੁਣਿਆ। ਇਸ ਕਰਕੇ ਵਿੰਟਰ ਓਲੰਪਿਕ ਦੇ ਵਿੱਚ ਉਦਘਾਟਨ ਅਤੇ ਸਮਾਪਤੀ ਦੇ ਵਿੱਚ ਭਾਰਤ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਵੈਸੇ ਭਾਰਤ ਨੇ ਆਪਣਾ ਇੱਕ ਐਥਲੀਟ ਜ਼ਰੂਰ ਭੇਜਿਆ ਸੀ ਇਸ ਦੇ ਵਿੱਚ ਖੇਡਣ ਲਈ। ਕਿਸ ਨੂੰ ਭੇਜਿਆ ਸੀ? RF ਖਾਨ ਨੂੰ ਭੇਜਿਆ ਸੀ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਕਿਤਾਬ ਗੋਲਡਨ ਬੁਆਏ ਨੀਰਜ ਚੋਪੜਾ ਕਿਸ ਨੇ ਲਿਖੀ? ਹਾਂਜੀ, ਬੁੱਕ ਆ ਗੋਲਡਨ ਬੁਆਏ ਨੀਰਜ ਚੋਪੜਾ। ਇਹ ਬੁੱਕ ਲਿਖੀ ਆ, ਕਿਹਨਾਂ ਨੇ ਲਿਖੀ ਆ? ਨਵਦੀਪ ਸਿੰਘ ਗਿੱਲ ਨੇ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਦੀ ਸਰਹੱਦ ਦੇ ਨਵੇਂ ਬਾਰਡਰ ਹਾਟ ਦਾ ਨੀਂਹ ਪੱਥਰ ਰੱਖਿਆ ਗਿਆ? ਹਾਂਜੀ, ਨਵੇਂ ਬਾਰਡਰ ਦਾ ਉਦਘਾਟਨ ਜਾਂ ਕਹਿ ਸਕਦੇ ਹਾਂ ਉਦਘਾਟਨ ਕੀਤਾ ਗਿਆ ਜਾਂ ਨੀਂਹ ਪੱਥਰ ਰੱਖਿਆ ਗਿਆ। ਠੀਕ ਹੈ, ਭਾਰਤ ਅਤੇ ਕਿਸ ਦੇਸ਼ ਦੇ ਵਿਚਕਾਰ ਰੱਖਿਆ ਗਿਆ ਸੀ? ਇਹ ਬੰਗਲਾਦੇਸ਼ ਦੇ ਵਿਚਕਾਰ ਰੱਖਿਆ ਗਿਆ ਸੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ।
अगला प्रश्न है जी समानता दी मूर्ति हाँ जी स्टैचू ऑफ इक्वलिटी का उद्घाटन किसने किया। हाँ जी 11वीं सदी के भगती संत रामानुजनचार्या की स्मृति दे विच 216 फुट उच्ची 216 फुट उच्ची स्टैचू ऑफ इक्वलिटी मूर्ति का उद्घाटन किया साडे प्रधानमंत्री नरेंद्र मोदी जी ने। ऑप्शन नंबर सी इज़ द राइट आंसर साडे देश के प्रधानमंत्री नरेंद्र मोदी जी ने। अगला प्रश्न है जी किस सोशल मीडिया प्लेटफॉर्म ने विश्व पद्धर ते टेक ए ब्रेक फीचर लॉन्च की। हाँ जी टेक ए ब्रेक फीचर इतों याद रख सकते हो तुसी किस सोशल मीडिया प्लेटफॉर्म ने की है इंस्टाग्राम ने। ऑप्शन नंबर सी इज़ द राइट आंसर इंस्टाग्राम के यूजर एक्सपीरियंस नूं होर बेहतर बनाउण दे लई इंस्टा ने फीचर लॉन्च की है। देखो इंस्टाग्राम है जो इंस्टाग्राम ये फेसबुक के ही अंडर आउंदा वा जानी कि कह सकते हैं तो फेसबुक की पेरेंट कंपनी किहड़ी है इंस्टाग्राम तो फेसबुक की जे ला लीए आपां पेरेंट कंपनी किसनूं बोलिया जाता मैटा नूं। ठीक है ये भी तुहानूं पता होना चाहिए। अगला प्रश्न आ मशहूर गायिका लता मंगेशकर का देहांत किन्नी उम्र विच होया। हाँ जी मशहूर गायक लता मंगेशकर का देहांत होया वा 92 साल की उम्र दे विच। ऑप्शन नंबर बी इज़ द राइट आंसर इन्होंने 1000 तो ज़्यादा फिल्मों में सौंग गाए सी ਅਤੇ लगभग 36 ਭਾਸ਼ਾਵਾਂ ਦੇ ਵਿੱਚ ਸੌਂਗ ਗਾਏ ਸੀ ਅਤੇ ਇਹਨਾਂ ਨੂੰ ਦੀ ਨਾਈਟਲਿੰਗ ਆਫ ਇੰਡੀਆ ਦੀ ਉਪਾਧੀ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਅਤੇ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇਹਨਾਂ ਨੂੰ ਪਦਮ ਭੂਸ਼ਣ ਪਦਮ ਵਿਭੂਸ਼ਣ ਦੇ ਨਾਲ ਵੀ ਸ਼ਾਮਿਲ ਕੀਤਾ ਗਿਆ। ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। हाँ जी इस अगला प्रश्न असीं करते हैं भारत की पहली सीजन शैली की किताब दी क्लास ऑफ 2006 किसने लिखी। हाँ जी भारत की पहली सीजन शैली की किताब दी क्लास ऑफ 2006 किसने लिखी आकाश कंसल ने लिखी। ऑप्शन नंबर ए इज़ द राइट आंसर। अगला प्रश्न असीं करते हैं जी अंडर 19 क्रिकेट विश्व कप 2022 का खिताब किसने जितया। हाँ जी अंडर 19 क्रिकेट विश्व कप का खिताब किसने जितया भारत ने इंग्लैंड नूं हरा के 5वीं बार अंडर 19 क्रिकेट विश्व कप जितया। ऑप्शन नंबर सी इज़ द राइट आंसर। अगला प्रश्न असीं करते हैं जी हाँ जी आंसर तुहाडे सामने वैसे शो हो गया। वैसे तो मैं कोशिश करती हुंदी हाँ कि हाइड ही रहे क्योंकि बहुत सारे स्टूडेंट्स पहलां आप सोचते हैं आंसर। हाँ जी अगले दे विच तुहानूं पुछया गया रथ सप्तमी का त्यौहार कित्थे मनाया जाता। हाँ जी रथ सप्तमी का त्यौहार आ जिहड़ा ये कित्थे मनाया जाता तो ये मनाया जाता आंध्रा प्रदेश दे विच। ऑप्शन नंबर ए इज़ द राइट आंसर आंध्रा प्रदेश। हाँ जी अगला प्रश्न असीं करते हैं हाल ही विच जारी फॉरबस की रिपोर्ट के अनुसार कौन बनिया एशिया का सब तो अमीर व्यक्ति। पहला तो तुसीं ये ध्यान रखना कि रिपोर्ट किसने जारी की। फॉरबस की रिपोर्ट के अकॉर्डिंग दुनिया का सब तो अमीर व्यक्ति बनिया हाँ जी कौन बनया गौतम अडानी। ऑप्शन नंबर ए इज़ द राइट आंसर गौतम अडानी। हुण तक मुकेश अडानी से इस रिपोर्ट के अकॉर्डिंग फरवरी की गल कर रही हाँ उस तो बाद फॉरबस की जिहड़ी रिपोर्ट आई आ उस दे अकॉर्डिंग दुनिया के सब तो धनी व्यक्ति बने गौतम अडानी। ऑप्शन नंबर ए इज़ द राइट आंसर। हुण इन्हां ने पिछे छड्ड दिता ठीक है मुकेश अंबानी नूं। हाँ जी अगला प्रश्न असीं करते हैं हाल ही विच जारी की गई इंडिया प्रैस आज़ादी रिपोर्ट 2021 विच कौन टॉप ते रहा। हाँ जी इंडिया प्रैस आज़ादी रिपोर्ट 2021 दे विच टॉप ते रहा जम्मू कश्मीर। ऑप्शन नंबर बी इज़ द राइट आंसर। अगला प्रश्न असीं करते हैं जी किस राज की कैबिनेट ने धर्म परिवर्तन विरोधी बिल नूं मंजूरी दित्ती। हाँ जी धर्म परिवर्तन विरोधी बिल नूं मंजूरी दित्ती आ हरियाणा की कैबिनेट ने। ऑप्शन नंबर सी इज़ द राइट आंसर। नैक्सट क्वेश्चन कंचोथ पर्व कित्थे मनाया जाता है। हाँ जी कंचोथ पर्व जिहड़ा है कित्थे मनाया जाता जम्मू कश्मीर दे विच। ऑप्शन नंबर बी इज़ द राइट आंसर जम्मू कश्मीर के चुनाव घाटी खेतर दे विच इस नूं मनाया जाता है। ठीक है जी तो जम्मू कश्मीर के एट प्रेजेंट लिeutenant गवर्नर कौन ने तुसीं कमेंट बॉक्स दे विच लिखोगे। अगला प्रश्न भारत का पहला बायोमास आधारित हाइड्रोजन प्लांट कित्थे स्थापित किया जाएगा। हाँ जी भारत का पहला बायोमास आधारित हाइड्रोजन प्लांट कित्थे स्थापित किया जाएगा मध्य प्रदेश के खंडवा जिले के विच। ऑप्शन नंबर सी इज़ द राइट आंसर। बायोमास आधारित हाइड्रोजन का मतलब आ कि ये की करेगा जो वेस्टेज हुंदी आ उसनूं मीथेन ईथेन जानी कि जो भी उपयोगी गैसां वा उन्हां नूं ये कवर करेगा जां कन्वर्ट करेगा। ठीक है जी
हाँ जी, अगला प्रश्न 2021 ਵਿੱਚ ਕਿਸ ਨੂੰ ਦੁਨੀਆ ਦਾ ਸਭ ਤੋਂ ਭੀੜ ਭੜੱਕਾ ਵਾਲਾ ਸ਼ਹਿਰ ਐਲਾਨਿਆ ਗਿਆ। हाँ जी, 2021 ਦੇ ਵਿੱਚ ਦੁਨੀਆ ਦਾ ਸਭ ਤੋਂ ਭੀੜ ਭੜੱਕੇ ਵਾਲਾ ਸ਼ਹਿਰ ਐਲਾਨਿਆ ਗਿਆ ਇਸਤਾਂਬੁਲ ਨੂੰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਇਹ ਤੁਰਕੀ ਦਾ ਇੱਕ ਸ਼ਹਿਰ ਆ ਇਸਤਾਂਬੁਲ। ਠੀਕ ਹੈ, ਇਹ ਦੁਨੀਆ ਦਾ ਸਭ ਤੋਂ ਭੀੜ ਭੜੱਕਾ ਵਾਲਾ ਭੀੜ ਭੜੱਕਾ ਵਾਲਾ ਸ਼ਹਿਰ ਐਲਾਨਿਆ ਗਿਆ। ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਇਸ ਲਿਸਟ ਦੇ ਅਕੋਰਡਿੰਗ, ਭਾਰਤ ਦਾ ਮੁੰਬਈ 5ਵੇਂ ਨੰਬਰ 'ਤੇ ਹੈ ਇਸ ਲਿਸਟ ਦੇ ਵਿੱਚ, ਬੰਗਲੌਰ 10ਵੇਂ ਨੰਬਰ 'ਤੇ ਆ, ਦਿੱਲੀ 11ਵੇਂ ਨੰਬਰ 'ਤੇ ਆ, ਪੂਨਾ 21ਵੇਂ ਨੰਬਰ 'ਤੇ ਆ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਹਾਲ ਹੀ ਵਿੱਚ ਕਿਸ ਰਾਜ ਵਿੱਚ ਦੇਸ਼ ਵਿੱਚ ਇੱਕ ਨਵੀਂ ਥਣਧਾਰੀ ਪ੍ਰਜਾਤੀ ਵਾਈਟ ਚਿੱਕੜ ਮੈਕਾਕ ਖੋਜੀ ਗਈ। ਹਾਂਜੀ, ਵਾਈਟ ਚਿੱਕੜ ਮੈਕਾਕ ਇੱਕ ਥਣਧਾਰੀ ਪ੍ਰਜਾਤੀ ਆ ਜਿਹੜੀ ਕਿ ਖੋਜੀ ਗਈ ਆ ਅਰੁਣਾਚਲ ਪ੍ਰਦੇਸ਼ ਰਾਜ ਦੇ ਵਿੱਚ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। 2015 ਦੇ ਵਿੱਚ ਚੀਨ ਨੇ ਇਸ ਦੀ ਪਹਿਲੀ ਵਾਰ ਖੋਜ ਕੀਤੀ ਸੀ ਤੇ ਹੁਣੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਮਿਲੀ ਆ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਕਿਹੜੀ ਪੁਲਾੜ ਏਜੰਸੀ ਨੇ ਇਨਸੈਟ 4V ਸੈਟੇਲਾਈਟ ਨੂੰ ਬੰਦ ਕਰ ਦਿੱਤਾ। ਹਾਂਜੀ, ਪੁਲਾੜ ਏਜੰਸੀ ਆ ਜਿਹੜੀ ਕਿਹੜੀ ਆ ਜਿਸ ਨੇ ਇਨਸੈਟ 4V ਸੈਟੇਲਾਈਟ ਨੂੰ ਬੰਦ ਕੀਤਾ, ਤਾਂ ਇਹ ਕੀਤਾ ਵਾ ਬੰਦ ਜੀ ਇਸਰੋ ਨੇ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਇਸਰੋ ਨੇ ਬੰਦ ਕੀਤਾ ਵਾ। ਇਸਰੋ ਇੰਡੀਆ ਦੀ ਸਪੇਸ ਏਜੰਸੀ ਹੈ ਜਿਸ ਦਾ ਨਾਮ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਇਸ ਦੀ ਸਥਾਪਨਾ ਹੋਈ ਸੀ 1969 ਦੇ ਵਿੱਚ। ਇਸ ਦਾ ਹੈੱਡਕੁਆਰਟਰ ਆ ਬੰਗਲੌਰ ਦੇ ਵਿੱਚ। ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਆ ਐਸ ਸੋਮਨਾਥ। ਅਗਲਾ ਪ੍ਰਸ਼ਨ ਕਰਦੇ ਹਾਂ ਜੀ ਅਸੀਂ, 4 ਰੋਜ਼ਾ ਮਾਰੂ ਉਤਸਵ ਕਿੱਥੇ ਸ਼ੁਰੂ ਹੋਇਆ। ਹਾਂਜੀ, 4 ਰੋਜ਼ਾ ਮਾਰੂ ਉਤਸਵ ਆ ਜਿਹੜਾ ਇਹ ਕਿੱਥੇ ਸ਼ੁਰੂ ਕੀਤਾ ਗਿਆ ਹੈ। 4 ਰੋਜ਼ਾ ਮਾਰੂ ਉਤਸਵ ਕਿੱਥੇ ਸ਼ੁਰੂ ਕੀਤਾ ਗਿਆ, ਤਾਂ ਇਹ ਸ਼ੁਰੂ ਕੀਤਾ ਗਿਆ ਹੈ ਜੀ ਰਾਜਸਥਾਨ ਦੇ ਵਿੱਚ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਕਿਸ ਨੂੰ ਦਿੱਤਾ ਗਿਆ CBSE ਚੇਅਰਮੈਨ ਦਾ ਚਾਰਜ। ਹਾਂਜੀ, CBSE ਚੇਅਰਮੈਨ ਕਿਸ ਨੂੰ ਬਣਾਇਆ ਗਿਆ ਹੈ। CBSE ਚੇਅਰਮੈਨ ਦੀ ਗੱਲ ਹੋ ਰਹੀ ਆ ਤਾਂ ਇਹ ਕਿਹਨਾਂ ਨੂੰ ਬਣਾਇਆ ਗਿਆ ਲਿਖੋਗੇ, ਕਿਉਂਕਿ ਮੈਂ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਆਪਾਂ ਪਰਸੋਂ ਹੀ ਕਰਾਇਆ ਵਾ ਕਰੰਟ ਅਫੇਅਰ ਦੇ ਵਿੱਚ। ਜਦ ਵੀ ਆਪਣੇ ਕੋਲੇ CBSE ਦੀ ਗੱਲ ਆਉਂਦੀ ਆ ਵਿਦ ਫੁੱਲ ਫਾਰਮ ਲਿਖੋਗੇ, ਸਥਾਪਨਾ ਜਿਵੇਂ ਮੈਂ ਤੁਹਾਨੂੰ ਪੂਰਾ ਕਰਵਾਉਣੀ ਆ ਇੰਪੋਰਟੈਂਟ। ਠੀਕ ਹੈ, ਅੱਗੇ ਆ ਗੁਰੂਗ੍ਰਾਮ ਦੀ ਪਹਿਲੀ ਮਹਿਲਾ ਪੁਲਿਸ ਕਮਿਸ਼ਨਰ ਕੌਣ ਬਣੀ। ਹਾਂਜੀ, ਗੁਰੂਗ੍ਰਾਮ ਦੀ ਪਹਿਲੀ ਮਹਿਲਾ ਪੁਲਿਸ ਕਮਿਸ਼ਨਰ ਕੌਣ ਬਣੀ ਆ। ਨੰਬਰ ਬੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਕਿਸ ਦੇਸ਼ ਨੇ ਹਾਲ ਹੀ ਵਿੱਚ ਆਪਣਾ ਨਾਮ ਬਦਲਿਆ। ਹਾਂਜੀ, ਆਪਣਾ ਨਾਮ ਬਦਲਿਆ ਵਾ। ਕਿਹੜੇ ਦੇਸ਼ ਨੇ ਬਦਲਿਆ ਰੀਸੈਂਟਲੀ, ਤਾਂ ਆਪਣਾ ਨਾਮ ਬਦਲਿਆ ਹੈ ਜੀ ਤੁਰਕੀ ਨੇ। ਆਪਸ਼ਨ ਨੰਬਰ ਬੀ ਇਜ਼ ਰਾਈਟ ਆਂਸਰ। ਤੁਰਕੀ ਨੇ ਆਪਣਾ ਨਾਮ ਬਦਲ ਕੇ ਤੁਰਕੀਏ ਕਰ ਲਿਆ। ਠੀਕ ਹੈ, ਕੀ ਕੀਤਾ ਤੁਰਕੀਏ। ਠੀਕ ਹੈ ਜੀ, ਤੇ ਅਤੇ ਇੰਗਲਿਸ਼ ਵਿੱਚ ਕਹੀਏ ਤਾਂ ਟਰਕੀ ਕਰ ਲਿਆ। ਜਿਵੇਂ ਹੁਣ ਇੱਥੇ ਟਰਕੀ ਲਿਖਿਆ ਨਾ, ਤੁਰਕੀ ਨਹੀਂ ਲਿਖਿਆ, ਟਰਕੀ ਹੈ ਇਹਦਾ ਮਤਲਬ। ਤੇ ਹੁਣ ਜੇ ਆਪਾਂ ਇੰਗਲਿਸ਼ 'ਚ ਕਹੀਏ ਤਾਂ ਟਰਕੀ ਕਰ ਲਿਆ, ਟਰਕੀਏ ਕਰ ਲਿਆ। ਤੇ ਹੁਣ ਅਸੀਂ ਗੱਲ ਕੀਤੀ ਹੈ ਤੁਰਕੀ ਦੀ। ਤੁਰਕੀ ਦੀ ਕੈਪੀਟਲ ਕੀ ਆ ਅੰਕਾਰਾ। ਇੱਥੋਂ ਦੀ ਕਰੰਸੀ ਆ ਟਰਕਿਸ਼ ਲੀਰਾ। ਅਗਲਾ ਪ੍ਰਸ਼ਨ ਆ ਜੀ, ਕਿਸ ਦੇਸ਼ ਵਿੱਚ ਲੱਸਾ ਬੁਖਾਰ ਬਹੁਤ ਤੇਜ਼ੀ ਨਾਲ ਫੈਲ ਰਿਹਾ। ਹਾਂਜੀ, ਲੱਸਾ ਬੁਖਾਰ ਆ ਜਿਹੜਾ ਇਹ ਕਿਹੜੇ ਦੇਸ਼ ਦੇ ਵਿੱਚ ਬਹੁਤ ਤੇਜ਼ੀ ਨਾਲ ਫੈਲਿਆ ਵਾ। ਬ੍ਰਿਟੇਨ ਦੇ ਵਿੱਚ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਪਹਿਲਾਂ ਇਹ ਪੱਛਮੀ ਅਫਰੀਕਾ ਦੇ ਵਿੱਚ ਫੈਲਿਆ ਸੀ ਤੇ ਹੁਣ ਇਹ ਬ੍ਰਿਟੇਨ ਦੇ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ। ਅਗਲਾ ਪ੍ਰਸ਼ਨ ਕਰਦੇ ਹਾਂ ਜੀ ਅਸੀਂ, 48ਵਾਂ ਖੁਜਰਾਹੋ ਡਾਂਸ ਫੈਸਟੀਵਲ ਕਿੱਥੇ ਸ਼ੁਰੂ ਹੋਇਆ। ਹਾਂਜੀ, 48ਵਾਂ ਡਾਂਸ ਫੈਸਟੀਵਲ ਆ ਜਿਹੜਾ ਇਹ ਕਿੱਥੇ ਸ਼ੁਰੂ ਹੋਇਆ, ਤਾਂ ਇਹ ਫੈਸਟੀਵਲ ਸ਼ੁਰੂ ਹੋਇਆ ਵਾ ਜੀ ਮੱਧ ਪ੍ਰਦੇਸ਼ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਦੇਖੋ ਆਪਾਂ ਗੱਲ ਕੀਤੀ ਹੈ 48ਵੇਂ ਖੁਜਰਾਹੋ ਡਾਂਸ ਫੈਸਟੀਵਲ ਦੀ। ਮੱਧ ਪ੍ਰਦੇਸ਼ ਦੇ ਗਵਰਨਰ ਮੰਗੂ ਭਾਈ ਸੀ ਪਟੇਲ ਨੇ ਆਜ਼ਾਦੀ ਦੇ ਅੰਮ੍ਰਿਤ ਮਹਾਰੂਪ ਦੇ ਹਿੱਸੇ ਦੇ ਵਿੱਚ ਇਹ 48ਵਾਂ ਖੁਜਰਾਹੋ ਡਾਂਸ ਫੈਸਟੀਵਲ ਸ਼ੁਰੂ ਕਰਵਾਇਆ ਸੀ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਬੀਜਿੰਗ ਸਰਦ ਰੁੱਤ ਓਲੰਪਿਕ 2022 ਵਿੱਚ ਸਭ ਤੋਂ ਵੱਧ ਮੈਡਲ ਕਿਸ ਨੇ ਜਿੱਤੇ ਸਨ। ਹਾਂਜੀ, ਜਿਵੇਂ ਕਿ ਆਪਾਂ ਉੱਪਰ ਗੱਲ ਕੀਤੀ ਹੈ ਕਿ ਵਿੰਟਰ ਓਲੰਪਿਕ ਦੇ ਵਿੱਚ ਜੋ ਕਿ ਚਾਈਨਾ ਦੀ ਕੈਪੀਟਲ ਬੀਜਿੰਗ ਦੇ ਵਿੱਚ ਹੋਏ ਸੀ, ਤੇ ਇਸ ਦੇ ਵਿੱਚ ਸਭ ਤੋਂ ਵੱਧ ਮੈਡਲ ਜਿੱਤੇ ਸੀ ਨਾਰਵੇ ਨੇ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਸਭ ਤੋਂ ਵੱਧ ਨਾਰਵੇ ਨੇ ਜਿੱਤੇ। ਨਾਰਵੇ ਨੇ ਟੋਟਲ ਕਿੰਨੇ ਮੈਡਲ ਜਿੱਤੇ, ਇਹਦੇ ਵਿੱਚ 37 ਮੈਡਲ ਜਿੱਤੇ। ਠੀਕ ਹੈ, ਜਿਸ ਦੇ ਵਿੱਚੋਂ 16 ਗੋਲਡ ਦੇ ਆ, 8 ਸਿਲਵਰ ਦੇ ਆ ਤੇ 13 ਬਰਾਊਨਜ਼ ਦੇ ਆ। ਸੈਕਿੰਡ ਤੇ ਇਹਦੇ ਵਿੱਚ ਜਰਮਨੀ ਨੇ ਟੋਟਲ ਜਿੱਤੇ ਆ 27, ਜਿਹਦੇ ਵਿੱਚੋਂ 12 ਗੋਲਡ ਦੇ ਆ। ਠੀਕ ਹੈ, ਤੇ ਉਸ ਤੋਂ ਥਰਡ ਤੇ ਜਿੱਤੇ ਆ ਚਾਈਨਾ ਨੇ ਟੋਟਲ ਜਿੱਤੇ ਆ 15, ਜਿਸ ਦੇ ਵਿੱਚੋਂ 9 ਗੋਲਡ ਦੇ ਆ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਭਾਰਤੀ ਰੇਲਵੇ ਦੇਸ਼ ਦਾ ਪਹਿਲਾ ਕੇਵਲ ਰੇਲ ਬ੍ਰਿਜ ਕਿੱਥੇ ਬਣਾ ਰਿਹਾ ਹੈ। ਹਾਂਜੀ, ਭਾਰਤੀ ਰੇਲਵੇ ਦੇਸ਼ ਦਾ ਪਹਿਲਾ ਕੇਵਲ ਰੇਲ ਬ੍ਰਿਜ ਬਣਾ ਰਿਹਾ ਹੈ
ਕਿੱਥੇ ਬਣਾ ਰਿਹਾ ਹੈ? ਤਾਂ ਇਹ ਬਣਾਇਆ ਜਾ ਰਿਹਾ ਹੈ ਜੰਮੂ ਕਸ਼ਮੀਰ ਦੇ ਵਿੱਚ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਜੰਮੂ ਕਸ਼ਮੀਰ ਦੇ ਵਿੱਚ ਰਿਆਸੀ ਜ਼ਿਲ੍ਹੇ ਦੇ ਵਿੱਚ ਆਂਜੀ ਨਦੀ ਉੱਪਰ ਇੰਡੀਅਨ ਰੇਲਵੇ ਪਹਿਲਾ ਬ੍ਰਿਜ ਬਣਾਵੇਗੀ। ਠੀਕ ਹੈ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ। ਕਿਸ ਮੰਤਰਾਲੇ ਨੇ ਮੇਰੀ ਨੀਤੀ ਮੇਰਾ ਹੱਥ ਮੁਹਿੰਮ ਸ਼ੁਰੂ ਕੀਤੀ? ਮੇਰੀ ਨੀਤੀ ਮੇਰਾ ਹੱਥ ਮੁਹਿੰਮ ਸ਼ੁਰੂ ਕੀਤੀ ਆ ਕਿਹੜੇ ਮੰਤਰਾਲੇ ਨੇ ਸ਼ੁਰੂ ਕੀਤੀ? ਮਿਨਿਸਟਰੀ ਆਫ ਐਗਰੀਕਲਚਰ ਮੰਤਰਾਲੇ ਨੇ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਜੋ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਾ ਉਸ ਦੇ ਲਈ ਇਹ ਮੇਰੀ ਪਾਲਿਸੀ ਮੇਰਾ ਹੱਥ ਸ਼ੁਰੂ ਕੀਤੀ ਗਈ ਹੈ। ਠੀਕ ਹੈ, ਤੇ ਮਿਨਿਸਟਰੀ ਆਫ ਐਗਰੀਕਲਚਰ ਮੰਤਰਾਲੇ ਦੇ ਮੰਤਰੀ ਕੌਣ ਆ? ਨਰਿੰਦਰ ਸਿੰਘ ਤੋਮਰ। ਅਗਲਾ ਪ੍ਰਸ਼ਨ ਆ ਜੀ, ਹਿਮਾਚਲ ਪ੍ਰਦੇਸ਼ ਨੂੰ ਆਪਣਾ ਪਹਿਲਾ ਜੈਵਿਕ ਵਿਭਿੰਨਤਾ ਪਾਰਕ ਕਿੱਥੇ ਮਿਲਿਆ? ਹਾਂਜੀ, ਹਿਮਾਚਲ ਪ੍ਰਦੇਸ਼ ਨੂੰ ਆਪਣਾ ਪਹਿਲਾ ਜੈਵਿਕ ਵਿਭਿੰਨਤਾ ਪਾਰਕ ਮਿਲਿਆ ਮੰਡੀ ਦੇ ਵਿੱਚ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦਾ ਫੁੱਲ ਟਾਈਮ ਮੈਂਬਰ ਕੌਣ ਬਣਿਆ? ਹਾਂਜੀ, ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦਾ ਫੁੱਲ ਟਾਈਮ ਮੈਂਬਰ ਬਣਿਆ ਹੈ। ਕੌਣ ਬਣਿਆ? ਸੰਜੀਵ ਸਾਨੇਵਾਲ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਹਾਂਜੀ, ਇਹ ਇੱਕ ਫੇਮਸ ਅਰਥ ਸ਼ਾਸਤਰੀ ਅਤੇ ਇਤਿਹਾਸਕਾਰ ਆ। ਠੀਕ ਹੈ, ਅਗਲਾ ਪ੍ਰਸ਼ਨ, RBI ਦੇ ਕੇਂਦਰੀ ਬੋਰਡ ਦੇ ਡਾਇਰੈਕਟਰ ਵਜੋਂ ਕਿਸ ਨੂੰ ਨਾਮਜ਼ਦ ਕੀਤਾ ਗਿਆ? ਹਾਂਜੀ, RBI ਦੇ ਕੇਂਦਰੀ ਬੋਰਡ ਦੇ ਡਾਇਰੈਕਟਰ ਵਜੋਂ ਨਾਮਜ਼ਦ ਕੀਤੇ ਗਏ ਆ ਸੰਜੇ ਮਲਹੋਤਰਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ। ਹਾਲ ਹੀ ਵਿੱਚ ਇੰਟਰਨੈਸ਼ਨਲ, ਦੇਖੋ ਉੱਪਰ ਅਸੀਂ ਗੱਲ ਕੀਤੀ ਸੀ RBI ਦੀ ਗੱਲ ਕਰੀਏ ਤਾਂ ਇਸ ਦੀ ਸਥਾਪਨਾ 1935 ਦੇ ਵਿੱਚ ਹੋਈ ਸੀ। ਇਸ ਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਆ। ਠੀਕ ਹੈ, ਅਗਲਾ ਪ੍ਰਸ਼ਨ ਆ, ਹਾਲ ਹੀ ਵਿੱਚ ਇੰਟਰਨੈਸ਼ਨਲ IP ਇੰਡੈਕਸ 2022 ਵਿੱਚ ਕਿਸ ਨੇ ਚੋਟੀ ਦਾ ਸਥਾਨ ਹਾਸਲ ਕੀਤਾ? ਹਾਂਜੀ, ਇੰਟਰਨੈਸ਼ਨਲ IP ਵਿੱਚ ਚੋਟੀ ਦਾ ਸਥਾਨ ਕਿਸ ਨੇ ਹਾਸਲ ਕੀਤਾ ਹੈ? ਦਾ ਮਤਲਬ ਦੇਖੋ ਕੀ IP ਦਾ ਮਤਲਬ ਆ ਇੰਟਰੈਕਚੁਅਲ ਪ੍ਰੋਪਰਟੀ। ਠੀਕ ਹੈ, ਤੇ ਇਸ ਦੇ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ USA ਨੇ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਸੈਕਿੰਡ ਤੇ ਆ UK, ਥਰਡ ਤੇ ਆ ਜਰਮਨੀ। ਠੀਕ ਹੈ, ਤੇ ਸਾਡਾ ਦੇਸ਼ ਭਾਰਤ ਇਸ ਦੇ ਵਿੱਚ 43ਵੇਂ ਨੰਬਰ ਤੇ ਆ। ਅਗਲਾ ਪ੍ਰਸ਼ਨ ਆ ਜੀ, ਹਾਲ ਹੀ ਵਿੱਚ ਉਰਦੂ ਭਾਸ਼ਾ ਲਈ ਸਾਹਿਤ ਅਕਾਦਮੀ ਅਵਾਰਡ 2021 ਕਿਸ ਨੂੰ ਮਿਲਿਆ? ਹਾਂਜੀ, ਉਰਦੂ ਭਾਸ਼ਾ ਦੇ ਲਈ ਸਾਹਿਤ ਅਕਾਦਮੀ ਅਵਾਰਡ 2021 ਮਿਲਿਆ ਚੰਦਰਭਾਨ ਖਿਆਲ ਨੂੰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਇਹਨਾਂ ਨੇ ਇੱਕ ਕਵਿਤਾ ਸੰਗ੍ਰਹਿ ਆ ਤਾਜ਼ਾ ਹਵਾ ਦੀ ਤਾਬਿਸੇ, ਤੇ ਇਸ ਦੇ ਲਈ ਇਹਨਾਂ ਨੂੰ ਮਿਲਿਆ ਵਾ ਚੰਦਰਭਾਨ ਖਿਆਲ ਅਵਾਰਡ। ਅਗਲਾ ਪ੍ਰਸ਼ਨ, ਹਾਲ ਹੀ ਵਿੱਚ ਮੀਰਾਬਾਈ ਚਾਨੂ ਨੇ ਸਿੰਗਾਪੁਰ ਵੈਟ ਲਿਫਟਿੰਗ ਇੰਟਰਨੈਸ਼ਨਲ ਵਿੱਚ ਕਿਹੜਾ ਮੈਡਲ ਜਿੱਤਿਆ? ਹਾਂਜੀ, ਮੀਰਾਬਾਈ ਚਾਨੂ ਨੇ ਸਿੰਗਾਪੁਰ ਵੈਟ ਲਿਫਟਿੰਗ ਇੰਟਰਨੈਸ਼ਨਲ ਦੇ ਵਿੱਚ 골ਡ ਮੈਡਲ ਜਿੱਤਿਆ, ਸੋਨੇ ਦਾ ਮੈਡਲ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਤੇ ਕਿੰਨੇ ਵਰਗ ਦੇ ਵਿੱਚ ਜਿੱਤਿਆ? 55 ਕਿਲੋਗ੍ਰਾਮ ਵਰਗ ਦੇ ਵਿੱਚ। ਮੀਰਾਬਾਈ ਚਾਨੂ ਨੇ 2020 ਦੇ ਟੋਕੀਓ ਓਲੰਪਿਕ ਦੇ ਵਿੱਚ ਵੀ ਚਾਂਦੀ ਦਾ ਮੈਡਲ ਜਿੱਤਿਆ ਸੀ। ਠੀਕ ਹੈ ਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਕਿਸ ਨੇ ਹਾਲ ਹੀ ਵਿੱਚ ਉਡਾਨ ਇੱਕ ਮਜ਼ਦੂਰ ਬੱਚੇ ਕੀ ਨਵੀਂ ਕਿਤਾਬ ਪ੍ਰਕਾਸ਼ਿਤ ਕੀਤੀ? ਤਾਂ ਇਹ ਕਿਤਾਬ ਪ੍ਰਕਾਸ਼ਿਤ ਕੀਤੀ ਆ ਮਿਥਿਲਸ ਤਿਵਾਰੀ ਨੇ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਹਾਲ ਹੀ ਵਿੱਚ ਭਵਿੱਖ ਦਾ ਅਜਾਇਬ ਘਰ ਕਿੱਥੇ ਖੋਲ੍ਹਿਆ ਗਿਆ? ਹਾਂਜੀ, ਭਵਿੱਖ ਦਾ ਅਜਾਇਬ ਘਰ ਖੋਲ੍ਹਿਆ ਗਿਆ ਦੁਬਈ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ਕਿਹੜਾ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ? ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਯੂਕਰੇਨ ਤੇ ਰਸ਼ੀਆ ਦੇ ਵਿੱਚ ਕੁਝ ਵਿਵਾਦ ਦੀ ਵਜ੍ਹਾ ਕਰਕੇ ਜਿਹੜਾ ਚੱਲਿਆ ਸੀ ਵਿਵਾਦ, ਉਸ ਦੇ ਕਰਕੇ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਦੇ ਲਈ ਇੱਕ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਉਸ ਦਾ ਨਾਮ ਕੀ ਆ? ਹਾਂਜੀ, ਆਪਰੇਸ਼ਨ ਗੰਗਾ ਸ਼ੁਰੂ ਕੀਤਾ ਗਿਆ ਸੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਆਪਰੇਸ਼ਨ ਗੰਗਾ ਦੇ ਤਹਿਤ ਰੋਮਾਨੀਆ ਤੋਂ ਉਡਾਨ ਭਰ ਕੇ ਪਹਿਲੀ ਫਲਾਈਟ 26 ਫਰਵਰੀ ਨੂੰ ਦਿੱਲੀ ਪਹੁੰਚੀ ਸੀ। ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਇੰਪੋਰਟੈਂਟ ਆ ਇਹ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਰਾਸ਼ਟਰੀ ਪੋਲੀਓ ਟੀਕਾਕਰਨ ਮੁਹਿੰਮ 2022 ਕਿਸ ਨੇ ਸ਼ੁਰੂ ਕੀਤੀ? ਹਾਂਜੀ, ਰਾਸ਼ਟਰੀ ਪੋਲੀਓ ਟੀਕਾਕਰਨ ਮੁਹਿੰਮ 2022 ਸ਼ੁਰੂ ਕੀਤੀ ਡਾਕਟਰ ਮਨਸੁਖ ਮੰਡਾਵੀਆ ਨੇ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਅੰਮਾ ਅਤੇ ਵਹਿਨੀ ਯੋਜਨਾ ਸ਼ੁਰੂ ਕੀਤੀ? ਹਾਂਜੀ, ਅੰਮਾ ਅਤੇ ਵਹਿਨੀ ਯੋਜਨਾ ਸ਼ੁਰੂ ਕੀਤੀ ਕਿਹੜੀ ਰਾਜ ਸਰਕਾਰ ਨੇ ਕੀਤੀ ਹੈ? ਸਿੱਕਿਮ ਦੇ ਗਵਰਨਰ ਨੇ ਕੀਤੀ ਹੈ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਸਿੱਕਿਮ ਦੇ ਗਵਰਨਰ ਗੰਗਾ ਪ੍ਰਸਾਦ ਨੇ ਅੰਮਾ ਅਤੇ ਵਹਿਨੀ ਯੋਜਨਾ ਸ਼ੁਰੂ ਕੀਤੀ। ਹੁਣ ਸਿੱਕਿਮ ਦੇ ਗਵਰਨਰ ਨੇ ਕੀਤੀ ਤਾਂ ਸਿੱਕਿਮ ਦੀ ਕੈਪੀਟਲ ਕੀ ਆ? ਗੰਗਟੋਕ। ਇੱਥੋਂ ਦੇ ਚੀਫ ਮਿਨਿਸਟਰ ਆ ਪ੍ਰੇਮ ਸਿੰਘ ਤਮਾਮ ਤੇ ਇੱਥੋਂ ਦੇ ਗਵਰਨਰ ਆ ਗੰਗਾ ਪ੍ਰਸਾਦ। ਅਗਲਾ ਪ੍ਰਸ਼ਨ ਆ ਜੀ, ਹਾਲ ਹੀ ਵਿੱਚ
ਸਰਕਾਰ ਦੁਆਰਾ ਰਾਸ਼ਟਰੀ ਵਿੱਤੀ ਅਥਾਰਟੀ ਦੇ ਚੇਅਰਮੈਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ? ਹਾਂਜੀ, ਸਰਕਾਰ ਦੁਆਰਾ ਰਾਸ਼ਟਰੀ ਵਿੱਤੀ ਅਥਾਰਟੀ ਦੇ ਚੇਅਰਮੈਨ ਵਜੋਂ ਕਿਸ ਨੂੰ ਅਪਾਇੰਟ ਕੀਤਾ ਗਿਆ? ਅਜੇ ਭੂਸ਼ਣ ਪਾਂਡੇ ਨੂੰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਹਾਲ ਹੀ ਵਿੱਚ ਕਿਸ ਦੁਆਰਾ ਅਨੁਵਾਦ ਕੀਤਾ ਗਿਆ ਹਿੰਦੀ ਨਾਵਲ ਰੇਤ ਦੀ ਕਬਰ ਨੂੰ ਅੰਤਰਰਾਸ਼ਟਰੀ ਬੁੱਕਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ? ਹਾਂਜੀ, ਅੰਤਰਰਾਸ਼ਟਰੀ ਬੁੱਕਰ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਗਿਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਇਹਨਾਂ ਦਾ ਇੱਕ ਹਿੰਦੀ ਨਾਵਲ ਆ ਰੇਤ ਦੀ ਕਬਰ, ਇਸ ਨੂੰ ਅੰਤਰਰਾਸ਼ਟਰੀ ਬੁੱਕਰ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਗਿਆ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਟੈਸਟ ਕ੍ਰਿਕਟ ਵਿੱਚ ਕਪਿਲ ਦੇਵ ਦਾ ਰਿਕਾਰਡ ਤੋੜ ਕੇ 28 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਉਣ ਵਾਲਾ ਪਹਿਲਾ ਭਾਰਤੀ ਕੌਣ ਬਣਿਆ? ਹਾਂਜੀ, ਟੈਸਟ ਕ੍ਰਿਕਟ ਦੇ ਵਿੱਚ ਕਪਿਲ ਦੇਵ ਦਾ ਰਿਕਾਰਡ ਤੋੜ ਕੇ 28 ਗੇਂਦਾਂ ਦੇ ਵਿੱਚ ਅਰਧ ਸੈਂਕੜਾ ਬਣਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਆ। ਕੌਣ ਬਣੇ ਆ? ਰਿਸ਼ਵ ਪੰਤ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। 1982 ਦੇ ਵਿੱਚ 30 ਗੇਮਸ ਦੇ ਵਿੱਚ 50 ਰਨ ਬਣਾਏ ਸੀ, 30 ਗੇਮਸ ਦੇ ਵਿੱਚ, ਠੀਕ ਹੈ। ਤੇ ਇਹ ਰਿਕਾਰਡ ਤੋੜਿਆ ਸੀਗਾ ਹੁਣ ਰਿਸ਼ਵ ਪੰਤ ਨੇ 28 ਗੇਮਾਂ ਦੇ ਵਿੱਚ 50 ਰਨ ਬਣਾ ਕੇ। ਉਹਨਾਂ ਨੇ 30 'ਚ ਬਣਾਏ, ਇਹਨਾਂ ਨੇ 28 'ਚ ਬਣਾਏ ਆ। ਤੇ ਰਿਸ਼ਵ ਪੰਤ ਨੇ ਸ਼੍ਰੀਲੰਕਾ ਦੇ ਖਿਲਾਫ ਇੱਕ ਡੀ-ਨੈਟ ਮੈਚ ਦੇ ਵਿੱਚ ਇਹ ਰਿਕਾਰਡ ਤੋੜਿਆ ਵਾ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਜਰਮਨ ਓਪਨ 2022 ਵਿੱਚ ਲਕਸ਼ਯ ਸੈਨ ਨੇ ਕਿਹੜਾ ਮੈਡਲ ਜਿੱਤਿਆ? ਹਾਂਜੀ, ਜਰਮਨ ਓਪਨ 2022 ਦੇ ਵਿੱਚ ਲਕਸ਼ਯ ਸੈਨ ਨੇ ਕਿਹੜਾ ਮੈਡਲ ਜਿੱਤਿਆ? ਸਿਲਵਰ ਮੈਡਲ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਭਗਵੰਤ ਮਾਨ ਨੇ ਪੰਜਾਬ ਦੇ ਕਿਸ ਨੰਬਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ? ਹਾਂਜੀ, ਭਗਵੰਤ ਮਾਨ ਪੰਜਾਬ ਦੇ ਕਿੰਨਵੇਂ ਨੰਬਰ ਦੇ ਮੁੱਖ ਮੰਤਰੀ ਬਣੇ? 18ਵੇਂ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। 18ਵੇਂ ਚੀਫ ਮਿਨਿਸਟਰ ਦੇ ਰੂਪ ਵਿੱਚ ਸਹੁੰ ਚੁੱਕੀ ਸੀ ਭਗਵੰਤ ਮਾਨ ਨੇ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਹਾਂਜੀ, ਯੋਗ ਮਹਾਉਤਸਵ 2022 ਦਾ ਉਦਘਾਟਨ ਕਿਸ ਨੇ ਕੀਤਾ? ਯੋਗ ਮਹਾਉਤਸਵ 2022 ਦਾ ਉਦਘਾਟਨ ਕੀਤਾ ਸਰਬਾਨੰਦ ਸੋਨੋਵਾਲ ਨੇ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਇਹ ਸਾਡੇ ਕੇਂਦਰੀ ਮੰਤਰੀ ਆ ਸਰਬਾਨੰਦ ਸੋਨੋਵਾਲ, ਤੇ ਇਹਨਾਂ ਨੇ ਹੀ ਇੰਟਰਨੈਸ਼ਨਲ ਯੋਗ ਦਿਵਸ 'ਤੇ ਇਸ ਦਾ ਉਦਘਾਟਨ ਕੀਤਾ। ਤੇ ਇਸ ਦੀ ਥੀਮ ਕੀ ਰੱਖੀ ਗਈ? 100 ਦਿਨ 100 ਸ਼ਹਿਰ 100 ਸੰਗਠਨ, ਠੀਕ ਹੈ। ਅਗਲਾ ਪ੍ਰਸ਼ਨ ਕਰਦੇ ਹਾਂ ਜੀ ਅਸੀਂ, ਬਾਫਟਾ ਅਵਾਰਡਸ 2022 'ਚ ਮੋਹਰੀ ਅਦਾਕਾਰ ਦਾ ਪੁਰਸ਼ ਕਿਸ ਨੇ ਜਿੱਤਿਆ? ਹਾਂਜੀ, ਬਾਫਟਾ ਅਵਾਰਡ 2022 ਦੇ ਵਿੱਚ ਮੋਹਰੀ ਅਦਾਕਾਰ ਦਾ ਪੁਰਸਕਾਰ ਜਿੱਤਿਆ। ਕਿਹਨਾਂ ਨੇ ਜਿੱਤਿਆ? ਤਾਂ ਇਹ ਜਿੱਤਿਆ ਸੀ ਬਿਲ ਸਮਿਥ ਨੇ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਬਿਲ ਸਮਿਥ ਨੇ ਜਿੱਤਿਆ, ਠੀਕ ਹੈ। ਹਾਲੀਵੁੱਡ ਦੇ ਐਕਟਰ ਆ ਬਿਲ ਸਮਿਥ, ਤੇ ਇਹਨਾਂ ਨੇ ਹੀ ਬਾਫਟਾ ਦੇ ਵਿੱਚ 2022 ਦਾ ਪੁਰਸਕਾਰ ਜਿੱਤਿਆ। ਬਾਫਟਾ ਦੀ ਫੁੱਲ ਫਾਰਮ ਕੀ ਆ? ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਅਵਾਰਡ, ਠੀਕ ਹੈ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਰਾਸ਼ਟਰੀ ਟੀਕਾਕਰਨ ਦਿਵਸ ਕਦੋਂ ਮਨਾਇਆ ਗਿਆ ਹੈ? ਹਾਂਜੀ, ਰਾਸ਼ਟਰੀ ਟੀਕਾਕਰਨ ਦਿਵਸ ਕਦੋਂ ਮਨਾਇਆ ਗਿਆ? ਵੈਰੀ ਵੈਰੀ ਇੰਪੋਰਟੈਂਟ। ਰਾਸ਼ਟਰੀ ਟੀਕਾਕਰਨ ਦਿਵਸ 16 ਮਾਰਚ ਨੂੰ ਮਨਾਇਆ ਜਾਂਦਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਟੀਕਾਕਰਨ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰ ਸਾਲ 16 ਮਾਰਚ ਨੂੰ ਰਾਸ਼ਟਰੀ ਟੀਕਾਕਰਨ ਦਿਵਸ ਮਨਾਇਆ ਜਾਂਦਾ ਹੈ। ਮਨਾਇਆ ਕਿਉਂ ਜਾਂਦਾ? ਕਿਉਂਕਿ 16 ਮਾਰਚ 1995 ਨੂੰ ਪੋਲੀਓ ਦੀ ਫਸਟ ਡੋਜ਼ ਪਿਲਾਈ ਗਈ ਸੀ, ਤੇ ਇਸ ਦੇ ਲਈ ਹੀ ਰਾਸ਼ਟਰੀ ਟੀਕਾਕਰਨ ਦਿਵਸ 16 ਮਾਰਚ ਨੂੰ ਮਨਾਇਆ ਜਾਣ ਲੱਗਾ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਕਿਸ ਨੇ ਸਕੂਲੀ ਬੱਚਿਆਂ ਲਈ ਯੁਵਾ ਵਿਗਿਆਨ ਪ੍ਰੋਗਰਾਮ ਯੁਵਿਕਾ ਆਯੋਜਿਤ ਕੀਤਾ? ਹਾਂਜੀ, ਯੁਵਾ ਵਿਗਿਆਨੀ ਪ੍ਰੋਗਰਾਮ ਯੁਵਿਕਾ ਸਕੂਲੀ ਬੱਚਿਆਂ ਦੇ ਲਈ ਆਯੋਜਿਤ ਕੀਤਾ ਗਿਆ ਸੀ, ਤੇ ਇਹ ਆਯੋਜਿਤ ਕੀਤਾ ਇਸਰੋ ਨੇ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਇਹ ਸਕੂਲੀ ਬੱਚਿਆਂ ਦੇ ਵਿੱਚ ਵਿਗਿਆਨ ਦੇ ਪ੍ਰਤੀ ਰੁਚੀ ਪੈਦਾ ਕਰਨ ਦੇ ਲਈ ਸ਼ੁਰੂ ਕੀਤਾ ਗਿਆ। ਹੁਣ ਇਸ ਨੂੰ ਇਸਰੋ ਨੇ ਸ਼ੁਰੂ ਕੀਤਾ, ਤਾਂ ਇਸਰੋ ਦੀ ਫੁੱਲ ਫਾਰਮ ਕੀ ਆ? ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਇਸ ਦੀ ਸਥਾਪਨਾ ਹੋਈ ਸੀ 1969 ਦੇ ਵਿੱਚ। ਇਸ ਦਾ ਹੈੱਡਕੁਆਰਟਰ ਬੰਗਲੌਰ ਦੇ ਵਿੱਚ। ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਕੌਣ ਨੇ? ਐਸ ਸੋਮਨਾਥ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਦੇਸ਼ ਦਾ ਪਹਿਲਾ ਏਸ਼ੀਆਈ ਅਤੇ ਰੋਬੋਟਿਕਸ ਟੈਕਨੋਲੋਜੀ ਪਾਰਕ ਕਿੱਥੇ ਲਾਂਚ ਕੀਤਾ ਗਿਆ? ਹਾਂਜੀ, ਦੇਸ਼ ਦਾ ਪਹਿਲਾ, ਮੈਂ ਏਸ਼ੀਆਈ ਬੋਲਤਾ, ਇੱਥੇ ਹੈਗਾ ਵਾ ਦੇਸ਼ ਦਾ ਪਹਿਲਾ ਆਰਟੀਫਿਸ਼ੀਅਲ ਇੰਟੈਲੀਜੈਂਸ AI, ਠੀਕ ਹੈ। ਦੇਸ਼ ਦਾ ਪਹਿਲਾ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਟੈਕਨੋਲੋਜੀ ਪਾਰਕ ਬੰਗਲੌਰ ਦੇ ਵਿੱਚ ਲਾਂਚ ਕੀਤਾ ਗਿਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਭਾਰਤ ਦਾ ਪਹਿਲਾ ਵਿਸ਼ਵ ਸ਼ਾਂਤੀ ਕੇਂਦਰ ਕਿੱਥੇ ਸਥਾਪਿਤ ਹੋਵੇਗਾ?
हाँ जी, भारत का पहला विश्व शांति केंद्र कित्थे स्थापित होवेगा? गुरुग्राम दे विच। ऑप्शन नंबर सी इज़ द राइट आंसर। अगला प्रश्न है जी, वाफ्टा अवार्ड 2022 ਵਿੱਚ ਸਰਵੋਤਮ ਫਿਲਮ ਦਾ ਪੁਰਸਕਾਰ ਕਿਸ ਨੂੰ ਦਿੱਤਾ ਗਿਆ? ਹਾਂਜੀ, ਪਹਿਲਾਂ ਅਸੀਂ ਗੱਲ ਕੀਤੀ ਸੀ ਐਕਟਰ ਦੀ ਤੇ ਹੁਣ ਅਸੀਂ ਗੱਲ ਕਰ ਰਹੇ ਹਾਂ ਫਿਲਮ ਦੀ। ਠੀਕ ਹੈ, ਇਸ ਗੱਲ ਦਾ ਧਿਆਨ ਰੱਖਣਾ। ਤੇ ਵਾਫਟਾ ਅਵਾਰਡ 2022 ਦੇ ਵਿੱਚ ਸਰਵੋਤਮ ਫਿਲਮ ਦਾ ਪੁਰਸਕਾਰ ਮਿਲਿਆ ਵਾ ਦ ਪਾਵਰ ਆਫ ਦ ਡੌਗ। ਆਪਸ਼ਨ ਨੰਬਰ ਬੀ ਇਜ਼ ਦ ਰਾਈਟ ਆਂਸਰ। ਇਸ ਫਿਲਮ ਨੂੰ ਸਰਵੋਤਮ ਫਿਲਮ ਦਾ ਅਵਾਰਡ ਮਿਲਿਆ। ਵਾਫਟਾ ਅਵਾਰਡ ਦੇ ਵਿੱਚ ਸਰਵਉੱਚ ਐਕਟਰ ਦਾ ਕਿਸ ਨੂੰ ਮਿਲਿਆ ਸੀ? ਬਿਲ ਸਮਿਥ ਨੂੰ ਮਿਲਿਆ ਸੀ। ਠੀਕ ਹੈ, ਤੇ ਵਾਫਟਾ ਦੀ ਫੁੱਲ ਫਾਰਮ ਕੀ ਹੈ? ਇਹ ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਕਿਉਂਕਿ ਆਪਾਂ ਰੀਸੈਂਟਲੀ ਕਰਕੇ ਹਟੇ ਹਾਂ। ਅਗਲਾ ਪ੍ਰਸ਼ਨ ਹੈ ਜੀ, 14ਵਾਂ ਭਾਰਤ ਜਾਪਾਨ ਸੰਮੇਲਨ ਕਿੱਥੇ ਆਯੋਜਿਤ ਕੀਤਾ ਗਿਆ? ਹਾਂਜੀ, 14ਵਾਂ ਭਾਰਤ ਜਾਪਾਨ ਸੰਮੇਲਨ ਕਿੱਥੇ ਆਯੋਜਿਤ ਕੀਤਾ ਗਿਆ? ਕੀਤਾ ਗਿਆ। ਠੀਕ ਹੈ, 14ਵਾਂ ਭਾਰਤ ਜਾਪਾਨ ਸੰਮੇਲਨ ਨਵੀਂ ਦਿੱਲੀ ਦੇ ਵਿੱਚ ਆਯੋਜਿਤ ਕੀਤਾ ਗਿਆ। ਬਹੁਤ ਸਾਰੇ ਸਟੂਡੈਂਟ ਇੱਥੇ ਜਾਪਾਨ ਦੇਖ ਕੇ ਜਾਪਾਨ ਦੀ ਕੈਪੀਟਲ ਟੋਕੀਓ ਲਗਾਉਣਗੇ, ਪਰ ਇਸ ਗੱਲ ਨੂੰ ਧਿਆਨ ਰੱਖਣਾ ਕਿ 14ਵਾਂ ਭਾਰਤ ਸੰਮੇਲਨ ਨਵੀਂ ਦਿੱਲੀ ਦੇ ਵਿੱਚ ਆਯੋਜਿਤ ਕੀਤਾ ਗਿਆ। ਠੀਕ ਹੈ, ਬਾਈ ਮਿਸਟੇਕ ਇੱਥੇ ਦਿੱਲੀ ਟਾਈਪ ਨਹੀਂ ਹੋਇਆ, ਪਰ ਨਵੀਂ ਦਿੱਲੀ ਦੇ ਵਿੱਚ ਕੀਤਾ ਗਿਆ। ਠੀਕ ਹੈ ਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ 25ਵਾਂ ਐਡੀਸ਼ਨ ਕਿੱਥੇ ਸ਼ੁਰੂ ਹੋਇਆ? ਹਾਂਜੀ, ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ 25ਵਾਂ ਐਡੀਸ਼ਨ ਕਿੱਥੇ ਸ਼ੁਰੂ ਹੋਇਆ? ਕੇਰਲ ਦੀ ਕੈਪੀਟਲ ਤਿਰੂਵਨੰਤਪੁਰਮ ਦੇ ਵਿੱਚ। ਆਪਸ਼ਨ ਨੰਬਰ ਬੀ ਇਜ਼ ਦ ਰਾਈਟ ਆਂਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਕਿਸ ਮੰਤਰਾਲੇ ਨੇ ਦੇਸ਼ ਦੀਆਂ 13 ਵੱਡੀਆਂ ਨਦੀਆਂ ਦੇ ਪੁਨਰਜੀਵਨ ਲਈ ਇੱਕ ਪ੍ਰੋਜੈਕਟ ਦਾ ਐਲਾਨ ਕੀਤਾ? ਹਾਂਜੀ, ਦੇਸ਼ ਦੀਆਂ 13 ਵੱਡੀਆਂ ਨਦੀਆਂ ਦੇ ਲਈ ਪੁਨਰਜੀਵਨ ਦੇ ਲਈ ਇੱਕ ਪ੍ਰੋਜੈਕਟ ਦਾ ਐਲਾਨ ਕੀਤਾ। ਕਿਹੜੇ ਮੰਤਰਾਲੇ ਨੇ ਕੀਤਾ? ਮਿਨਿਸਟਰੀ ਆਫ ਇਨਵਾਇਰਨਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ ਮੰਤਰਾਲੇ ਨੇ। ਆਪਸ਼ਨ ਨੰਬਰ ਬੀ ਇਜ਼ ਦ ਰਾਈਟ ਆਂਸਰ। ਤੇ ਇਸ ਮੰਤਰਾਲੇ ਦੇ ਮੰਤਰੀ ਕੌਣ ਨੇ? ਭੁਪਿੰਦਰ ਜਾਦਵ। ਇਹ ਤੁਸੀਂ ਧਿਆਨ 'ਚ ਰੱਖਣਾ। ਅਗਲਾ ਪ੍ਰਸ਼ਨ ਹੈ ਜੀ, 16ਵੀਂ ਅੰਤਰਰਾਸ਼ਟਰੀ ਭੂ ਵਿਗਿਆਨ ਕਾਨਫਰੰਸ ਕਿੱਥੇ ਹੋਵੇਗੀ? ਹਾਂਜੀ, 16ਵੀਂ ਅੰਤਰਰਾਸ਼ਟਰੀ ਭੂ ਵਿਗਿਆਨ ਕਾਨਫਰੰਸ ਕਿੱਥੇ ਹੋਵੇਗੀ? ਨਵੀਂ ਦਿੱਲੀ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦ ਰਾਈਟ ਆਂਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਕਿਸ ਫਿਲਮ ਨਿਰਮਾਤਾ ਨੂੰ ਰਾਇਲ ਨਾਈਟਹੁੱਡ ਦੇ ਵਿੱਚ ਸਨਮਾਨਿਤ ਕੀਤਾ ਗਿਆ? ਹਾਂਜੀ, ਕਿਹੜੇ ਫਿਲਮ ਨਿਰਮਾਤਾ ਵਾ ਜਿਨ੍ਹਾਂ ਨੂੰ ਰਾਇਲ ਨਾਈਟਹੁੱਡ ਦੇ ਨਾਲ ਸਨਮਾਨਿਤ ਕੀਤਾ ਗਿਆ ਵਾ? ਸਟੀਵ ਮੈਕਮੀਨ ਨੂੰ। ਆਪਸ਼ਨ ਨੰਬਰ ਸੀ ਇਜ਼ ਦ ਰਾਈਟ ਆਂਸਰ। ਆਸਕਰ ਵਿਜੇਤਾ ਵਾ ਇਹ ਫਿਲਮ, ਇਹ ਬ੍ਰਿਟਿਸ਼ ਫਿਲਮ ਨਿਰਮਾਤਾ ਵਾ। ਠੀਕ ਹੈ, ਸਟੀਵ। ਤੇ ਇਹਨਾਂ ਬਾਰੇ ਤੁਸੀਂ ਯਾਦ ਰੱਖਣਾ ਕਿ ਇਹਨਾਂ ਨੂੰ ਰਾਇਲ ਨਾਈਟਹੁੱਡ ਦੇ ਨਾਲ ਸਨਮਾਨਿਤ ਕੀਤਾ ਗਿਆ। ਅਗਲਾ ਪ੍ਰਸ਼ਨ ਹੈ ਜੀ, ਕਿਸ ਦੇਸ਼ ਦੇ ਵਿੱਚ ਇੰਸਟਾਗ੍ਰਾਮ ਦੀ ਬਜਾਏ ਰੋਸਗ੍ਰਾਮ ਲਾਂਚ ਕੀਤਾ ਗਿਆ? ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਰਸ਼ੀਆ ਅਤੇ ਯੂਕਰੇਨ ਦੇ ਵਿੱਚ ਜੋ ਵਿਵਾਦ ਹੋਇਆ ਸੀਗਾ, ਉਸੇ ਕਰਕੇ ਅਸੀਂ ਪਹਿਲਾ ਪ੍ਰਸ਼ਨ ਵੀ ਕੀਤਾ ਵਾ ਇਸ ਕਰੰਟ ਅਫੇਅਰ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਜੋ ਪਹਿਲਾਂ ਹੀ ਕੀਤਾ, ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਵਾਲਾ। ਠੀਕ ਹੈ, ਉਹ ਇਹਦੇ ਕਰਕੇ ਕੱਢੇ ਜਾ ਰਹੇ ਸੀਗੇ, ਰਸ਼ੀਆ ਅਤੇ ਯੂਕਰੇਨ ਦੇ ਵਿਵਾਦ ਕਰਕੇ। ਤੇ ਹੁਣ ਤੁਹਾਨੂੰ ਪਤਾ ਕਿ ਕਿਸ ਦੇਸ਼ ਦੇ ਵਿੱਚ ਇੰਸਟਾਗ੍ਰਾਮ ਦੀ ਬਜਾਏ ਰੋਸਗ੍ਰਾਮ ਲਾਂਚ ਕੀਤਾ ਗਿਆ? ਰੂਸ ਦੇ ਵਿੱਚ। ਆਪਸ਼ਨ ਨੰਬਰ ਬੀ ਇਜ਼ ਦ ਰਾਈਟ ਆਂਸਰ। ਤੁਹਾਨੂੰ ਪਤਾ ਹੈ ਕਿ ਰੂਸ ਨੇ ਫੇਸਬੁੱਕ ਨੂੰ ਬੈਨ ਕੀਤਾ ਸੀ, ਤਾਂ ਫੇਸਬੁੱਕ ਦਾ ਹੀ ਇੱਕ ਪ੍ਰੋਡਕਟ ਹੈ ਇੰਸਟਾਗ੍ਰਾਮ ਨੂੰ ਵੀ ਬੈਨ ਕਰ ਦਿੱਤਾ ਗਿਆ ਸੀ। ਠੀਕ ਹੈ, ਫਿਰ ਰੂਸ ਨੇ ਆਪਣਾ ਖੁਦ ਦਾ ਰੋਸਗ੍ਰਾਮ ਲਾਂਚ ਕੀਤਾ ਵਾ, ਜਿਹੜਾ ਕਿ ਇੰਸਟਾਗ੍ਰਾਮ ਐਂਡ ਫੇਸਬੁੱਕ ਵਰਗਾ ਹੀ ਆ। ਆਪਸ਼ਨ ਨੰਬਰ ਬੀ ਇਜ਼ ਦ ਰਾਈਟ ਆਂਸਰ। ਰੂਸ ਦੀ ਕੈਪੀਟਲ ਕੀ ਆ? ਮਾਸਕੋ। ਅਗਲਾ ਪ੍ਰਸ਼ਨ ਹੈ ਜੀ, ਯੂਕੇ ਚਿਲਡਰਨ ਬੁੱਕ ਅਵਾਰਡ ਲਈ ਕਿਸ ਨੂੰ ਚੁਣਿਆ ਗਿਆ? ਤੇ ਇਸ ਦਾ ਰਾਈਟ ਆਂਸਰ ਹੈ ਜੀ ਮਨਜੀਤ ਮਾਨ। ਆਪਸ਼ਨ ਨੰਬਰ ਏ ਇਜ਼ ਦ ਰਾਈਟ ਆਂਸਰ। ਇਹ ਇੱਕ ਰਾਈਟਰ ਆ, ਇੰਡੀਅਨ ਰਾਈਟਰ ਆ। ਅਗਲਾ ਪ੍ਰਸ਼ਨ, ਮਹਾਤਮਾ ਗਾਂਧੀ ਹਰੇ ਤਿਕੋਣ ਦਾ ਪਰਦਾਫਾਸ਼ ਕਿੱਥੇ ਕੀਤਾ ਗਿਆ? ਹਾਂਜੀ, ਮਹਾਤਮਾ ਗਾਂਧੀ ਹਰੇ ਤਿਕੋਣ ਦਾ ਪਰਦਾਫਾਸ਼ ਮੈਡਾਗਾਸਕਰ ਦੇ ਵਿੱਚ ਕੀਤਾ ਗਿਆ। ਆਪਸ਼ਨ ਨੰਬਰ ਏ ਇਜ਼ ਦ ਰਾਈਟ ਆਂਸਰ। ਮੈਡਾਗਾਸਕਰ ਦੇ ਵਿੱਚ ਕੀਤਾ ਗਿਆ। ਤੇ ਇਸ ਦੀ ਕੈਪੀਟਲ ਕੀ ਆ? ਇੰਟਨਾਨਾਰੀਬੋ। ਇੱਥੋਂ ਦੀ ਕਰੰਸੀ ਕੀ ਆ? ਮਾਲਾਗਰਾਸੀ ਐਰੀਰੀ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਮੂਡੀਜ਼ ਨੇ 2022-23 ਵਿੱਚ ਭਾਰਤ ਦੀ ਵਿਕਾਸ ਦਰ ਕਿੰਨੇ ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ? ਵੈਰੀ ਇੰਪੋਰਟੈਂਟ। ਹਾਂਜੀ, ਮੂਡੀਜ਼ ਨੇ 2022 ਦੇ ਵਿੱਚ ਭਾਰਤ ਦੀ ਵਿਕਾਸ ਦਰ 9.1 ਰਹਿਣ ਦਾ ਅਨੁਮਾਨ ਲਗਾਇਆ। ਪਹਿਲਾਂ ਇਸਨੇ 9.5% ਰਹਿਣ ਦਾ ਲਗਾਇਆ ਸੀ, ਹੁਣ 9.1 ਲਗਾਇਆ।
ऑप्शन नंबर सी इज द राइट आंसर। अगला प्रश्न करते हैं जी असी मिस वर्ल्ड 2021 ਦਾ ਤਾਜ ਕਿਸ ਨੂੰ ਪਾਇਆ ਗਿਆ। ਹਾਂਜੀ, ਮਿਸ ਵਰਲਡ 2021 ਦਾ ਤਾਜ ਪਾਇਆ ਗਿਆ ਕਰੋਲੀਨਾ ਵਿਲਾਵਸਕਾ ਨੂੰ। ਇਹ ਪੋਲੈਂਡ ਦੀ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਦੇਖੋ ਇਹ ਜਿਹੜਾ ਤਾਜ ਆ ਪੋਲੈਂਡ ਦੇ ਵਿੱਚ ਦੂਜੀ ਵਾਰ ਗਿਆ, ਜਾਣੀ ਕਿ ਪੋਲੈਂਡ ਦੀ ਹੀ ਇਸ ਤੋਂ ਪਹਿਲਾਂ 1999 ਦੇ ਵਿੱਚ ਅਨੀਤਾ ਕ੍ਰਿੰਗਲਿੰਕਾ ਨੇ ਜਿੱਤਿਆ ਸੀ ਇਸ ਨੂੰ, ਅਤੇ ਹੁਣ ਵੀ ਪੋਲੈਂਡ ਦੀ ਹੀ ਕਰੋਲੀਨਾ ਨੇ ਜਿੱਤਿਆ। ਇਹ ਦੂਸਰੀ ਵਾਰ ਪੋਲੈਂਡ ਦੇ ਵਿੱਚ ਚਲਿਆ ਗਿਆ। ਇਸ ਤਰ੍ਹਾਂ ਤੁਸੀਂ ਇਹ ਯਾਦ ਰੱਖ ਸਕਦੇ ਹੋ ਲਿੰਕ ਕਰਕੇ। ਪੋਲੈਂਡ ਦੀ ਗੱਲ ਕਰ ਰਹੀ ਹਾਂ ਮੈਂ। ਪੋਲੈਂਡ ਦੀ ਕੈਪੀਟਲ ਕੀ ਆ? ਵਾਰਸਾ। ਅਗਲਾ ਪ੍ਰਸ਼ਨ ਵਿਗਿਆਨਿਕ ਖੋਜ ਲਈ ਜੀ.ਡੀ. ਬਿਰਲਾ ਪੁਰਸਕਾਰ ਲਈ ਕਿਸ ਨੂੰ ਨਾਮਜ਼ਦ ਕੀਤਾ ਗਿਆ। ਹਾਂਜੀ, ਵਿਗਿਆਨਿਕ ਖੋਜ ਦੇ ਲਈ ਜੀ.ਡੀ. ਬਿਰਲਾ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਗਿਆ ਡਾਕਟਰ ਨਾਰਾਇਣ ਪ੍ਰਧਾਨ ਨੂੰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਆਈਆਈਟੀ ਦੇ ਕਿਸ ਕੈਂਪ ਨੂੰ ਦਿਮਾਗੀ ਖੋਜ ਕੇਂਦਰ ਵਜੋਂ ਸਥਾਪਿਤ ਕੀਤਾ ਜਾਵੇਗਾ। ਹਾਂਜੀ, ਫਿਊਚਰ ਦੇ ਵਿੱਚ ਦਿਮਾਗ ਨਾਲ ਸੰਬੰਧਿਤ ਖੋਜ ਦੇ ਵਿੱਚ ਯੋਗਦਾਨ ਦੇਣ ਦੇ ਲਈ ਆਈਆਈਟੀ ਮਦਰਾਸ ਦੇ ਕੈਂਪ ਦੇ ਵਿੱਚ ਇਸ ਖੋਜ ਕੇਂਦਰ ਨੂੰ ਸਥਾਪਿਤ ਕੀਤਾ ਜਾਵੇਗਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ 35ਵਾਂ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲਾ ਕਿੱਥੇ ਸ਼ੁਰੂ ਹੋਇਆ। ਹਾਂਜੀ, 35ਵਾਂ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲਾ ਕਿੱਥੇ ਹੋਇਆ ਸੀ? ਫਰੀਦਾਬਾਦ ਦੇ ਵਿੱਚ ਹੋਇਆ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਭਾਰਤ ਦੀ ਸੰਸਕ੍ਰਿਤ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇਹ ਸ਼ੁਰੂ ਕੀਤਾ ਗਿਆ ਸੀ। ਠੀਕ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਹਾਲ ਹੀ ਵਿੱਚ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਕਿਹੜਾ ਬਣਿਆ। ਹਾਂਜੀ, ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਬਣਿਆ ਵਾ ਫਿਨਲੈਂਡ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਤੇ ਸਭ ਤੋਂ ਘੱਟ ਖੁਸ਼ਹਾਲ ਕਿਹੜਾ ਬਣਿਆ ਸੀ? ਅਫਗਾਨਿਸਤਾਨ। ਹੁਣ ਅਸੀਂ ਗੱਲ ਕੀਤੀ ਹੈ ਫਿਨਲੈਂਡ ਦੀ। ਫਿਨਲੈਂਡ ਦੀ ਕੈਪੀਟਲ ਕੀ ਹੈ? ਹੈਲੇਨਸਕੀ। ਇੱਥੋਂ ਦੀ ਕਰੰਸੀ ਆ ਯੂਰੋ। ਅਗਲਾ ਪ੍ਰਸ਼ਨ ਮੈਟਾਵਰਸ ਵਿੱਚ ਦਾਖਲ ਹੋਣ ਵਾਲਾ ਪਹਿਲਾ ਬੈਂਕ ਕਿਹੜਾ ਬਣ ਗਿਆ। ਹਾਂਜੀ, ਮੈਟਾਵਰਸ ਦੇ ਵਿੱਚ ਦਾਖਲ ਹੋਣ ਵਾਲਾ ਪਹਿਲਾ ਬੈਂਕ ਬਣਿਆ JP ਮੋਰਗਨ ਬੈਂਕ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਏ ਨੇਸ਼ਨ ਟੂ ਪ੍ਰੋਟੈਕਟ ਕਿਤਾਬ ਕਿਸ ਨੇ ਲਿਖੀ। ਹਾਂਜੀ, ਏ ਨੇਸ਼ਨ ਟੂ ਪ੍ਰੋਟੈਕਟ ਕਿਤਾਬ ਲਿਖੀ ਆ। ਕਿਸ ਨੇ ਲਿਖੀ? ਇਹ ਬੁੱਕ ਲਿਖੀ ਆ ਪ੍ਰੀਅਮ ਗਾਂਧੀ ਮੋਦੀ ਨੇ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਤੇ ਰੀਸੈਂਟਲੀ ਜਿੰਨੀਆਂ ਬੁੱਕਸ ਤੁਹਾਡੇ ਲਈ ਇੰਪੋਰਟੈਂਟ ਆ ਉਹ ਆਪਾਂ ਰਿਵਾਈਜ਼ ਕਰ ਲੈਂਦੇ ਹਾਂ। ਜਿਸ ਤਰ੍ਹਾਂ ਮਾਡਰਨ ਇੰਡੀਆ ਨਾਮ ਦੀ ਬੁੱਕ ਹਰਿਆਣਾ ਦੇ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ ਨੇ ਲਾਂਚ ਕੀਤੀ, ਪਰ ਇਸ ਨੂੰ ਲਿਖਿਆ ਪੂਨਮ ਦਲਾਲ ਦਈਆ ਨੇ ਆ। ਇੱਕ ਬੁੱਕ ਆ ਨਹਿਰੂ ਦਾ ਡਿਬੇਟਸ ਦੈਟ ਡਿਫਾਈਨਡ ਇਨ ਇੰਡੀਆ। ਇਹ ਬੁੱਕ ਲਿਖੀ ਆ ਤ੍ਰਿਪੁਰਦਮਨ ਅਤੇ ਆਦਿਲ ਹੁਸੈਨ ਨੇ ਮਿਲ ਕੇ। ਇੱਕ ਬੁੱਕ ਆ ਹਾਊ ਦਾ ਅਰਥ ਗॉट ਇਟਸ ਬਿਊਟੀ। ਇਸ ਨੂੰ ਲਿਖਿਆ ਇੰਫੋਸਿਸ ਦੀ ਸੁਧਾ ਮੂਰਤੀ ਨੇ। ਇੱਕ ਬੁੱਕ ਆ ਓਰੀਐਂਟਿੰਗ ਐਂਡ ਇੰਡੀਅਨ ਇਨ ਜਾਪਾਨ। ਇਸ ਨੂੰ ਲਿਖਿਆ ਪਲਬੀ ਅਯਰ ਨੇ। ਇੱਕ ਨਾਵਲ ਆ ਹੁਸੈਨ ਜੈਦੀ ਦਾ ਜਿਸ ਦਾ ਨਾਮ ਆ ਦਾ ਐਂਡ ਗੇਮ। ਇੱਕ ਬੁੱਕ ਆ ਕੁਕਿੰਗ ਟੂ ਸੇਵ ਯੂਅਰ ਲਾਈਫ। ਇਸ ਨੂੰ ਲਿਖਿਆ ਅਭਿਜੀਤ ਬੈਨਰਜੀ ਨੇ। ਇੱਕ ਬੁੱਕ ਆ ਪਬਲਿਕ ਸਰਵਿਸ ਐਥਿਕਸ। ਇਸ ਨੂੰ ਲਿਖਿਆ ਪ੍ਰਭਾਤ ਕੁਮਾਰ ਨੇ। ਇੱਕ ਬੁੱਕ ਆ ਬੈਚਲਰ ਡੈਡ। ਇਸ ਨੂੰ ਲਿਖਿਆ ਤੁਸ਼ਾਰ ਕਪੂਰ ਨੇ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਜਲ ਜੀਵਨ ਮਿਸ਼ਨ ਤਹਿਤ ਕਿੰਨੇ ਜ਼ਿਲ੍ਹੇ ਹਰ ਘਰ ਜਲ ਬਣ ਗਏ ਹਨ। ਹਾਂਜੀ, ਜਲ ਜੀਵਨ ਮਿਸ਼ਨ ਤਹਿਤ 100 ਜ਼ਿਲ੍ਹੇ ਹਰ ਘਰ ਜਲ ਬਣੇ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ 100। ਅਗਲਾ ਪ੍ਰਸ਼ਨ ਹੈ ਜੀ ਇਸ ਦੇਸ਼ ਦੀ ਔਰਤ ਹਾਲ ਹੀ ਵਿੱਚ HBI ਤੋਂ ਠੀਕ ਹੋਣ ਵਾਲੀ ਦੁਨੀਆ ਦੀ ਪਹਿਲੀ ਔਰਤ ਬਣੀ। ਹਾਂਜੀ, HBI ਤੋਂ ਠੀਕ ਹੋਣ ਵਾਲੀ ਦੁਨੀਆ ਦੀ ਪਹਿਲੀ ਔਰਤ ਬਣੀ ਆ USA ਦੀ ਔਰਤ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ 2022 ਸਪੋਰਟਸ ਸਟਾਰ ਐਜੈਂਸ ਅਵਾਰਡ ਵਿੱਚ ਸਪੋਰਟਸਮੈਨ ਆਫ ਦੀ ਈਅਰ ਕਿਸ ਨੂੰ ਚੁਣਿਆ ਗਿਆ। ਹਾਂਜੀ, ਸਪੋਰਟਸਮੈਨ ਆਫ ਦੀ ਈਅਰ ਚੁਣਿਆ ਗਿਆ ਨੀਰਜ ਚੋਪੜਾ ਨੂੰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਦੇ ਵਿੱਚ 골ਡ ਮੈਡਲ ਜਿੱਤਿਆ। ਅਤੇ ਇੱਕ ਪਲਾਂਟ ਬੇਸਡ ਮੀਟ ਦੀ ਕੰਪਨੀ ਆ ਗੁੱਡ ਡਾਟ, ਇਸ ਨੇ ਆਪਣਾ ਬ੍ਰਾਂਡ ਐਂਬੈਸਡਰ ਬਣਾਇਆ ਨੀਰਜ ਚੋਪੜਾ ਨੂੰ। ਠੀਕ ਹੈ। ਅਤੇ ਇੱਕ ਟਾਟਾ AI ਲਾਈਫ ਇੰਸ਼ੋਰੈਂਸ ਕੰਪਨੀ ਆ, ਇਸ ਨੇ ਵੀ ਆਪਣਾ ਬ੍ਰਾਂਡ ਐਂਬੈਸਡਰ ਨੀਰਜ ਚੋਪੜਾ ਨੂੰ ਬਣਾਇਆ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਪ੍ਰਸ਼ਨ ਹੈ ਜੀ ਕਿਹੜਾ ਰਾਜ NEVA ਪ੍ਰੋਗਰਾਮ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਿਆ। ਹਾਂਜੀ, NEVA ਜਾਣੀ ਕਿ ਨੈਸ਼ਨਲ ਵਿਧਾਨ ਐਪਲੀਕੇਸ਼ਨ, ਇਸ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਿਆ ਨਾਗਾਲੈਂਡ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨਾਗਾਲੈਂਡ ਦੀ ਕੈਪੀਟਲ ਕੀ ਹੈ? ਕੋਹਿਮਾ।
इत्थों के चीफ मिनिस्टर कौन ने? नैफ्रियो। तो इत्थों के गवर्नर कौन आ? जगदीश मुखी। असम के गवर्नर आ जगदीश मुखी। उन्होंने एडिशनल चार्ज मिलिया सीगा नागालैंड का। अगला प्रश्न करते हैं जी असी, किस देश की सरकार ने सुरेश रैना नूं स्पोर्ट्स आइकन अवार्ड के नाल सन्मानित किया? हाँ जी, सुरेश रैना नूं स्पोर्ट्स आइकन अवार्ड के नाल सन्मानित किया मालदीव की गौरमेंट ने। ऑप्शन नंबर ए इज़ द राइट आंसर। हुण असीं गल कीती आ मालदीव की। मालदीव्स की कैपीटल की आ? माले। इत्थों की करंसी आ मालदीवियन रुपया। अगला प्रश्न आ जी, पातुल उत्सव का आयोजन कित्थे किया गया? हाँ जी, पातुल उत्सव का आयोजन किया गया नवीं दिल्ली दे विच। ऑप्शन नंबर बी इज़ द राइट आंसर। हुण पातुल का मतलब की है? इत्थे कठपुतली तुसीं सुनिया होना, कठपुतली नूं कहंदे आ पातुल। तो इसका आयोजन नवीं दिल्ली दे विच किया गया। क्यों किया गया? कठपुतली के खेड करन वालियां दे जीवन में सुधार करन दे लई किया गया। अगला प्रश्न, F1 बहरीन ग्रां प्री 2022 का खिताब किसने जितया? हाँ जी, F1 बहरीन ग्रां प्री 2022 का खिताब जितया चार्लस लैकलर ने। ऑप्शन नंबर सी इज़ द राइट आंसर। ठीक है जी, ये फरारी कंपनी के ड्राइवर आ। अगला प्रश्न, अंतरराष्ट्रीय जंगलात दिवस कदों मनाया गया? हाँ जी, अंतरराष्ट्रीय जंगलात दिवस कदों मनाया जाता? हरेक साल 21 मार्च ਨੂੰ। ऑप्शन नंबर बी इज़ द राइट आंसर। ਸਾਰੇ ਪ੍ਰਕਾਰ ਦੇ ਜੰਗਲਾਂ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰ ਸਾਲ 21 ਮਾਰਚ ਨੂੰ ਅੰਤਰਰਾਸ਼ਟਰੀ ਜੰਗਲਾਤ ਦਿਵਸ ਮਨਾਇਆ ਜਾਂਦਾ। ਤੇ ਇਸ ਵਾਰ ਦੇ ਜੰਗਲਾਤ ਦਿਵਸ ਦੀ ਥੀਮ ਕੀ ਆ? ਫੋਰੈਸਟ ਐਂਡ ਸਸਟੇਨੇਬਲ ਪ੍ਰੋਡਕਸ਼ਨਸ ਐਂਡ ਕੰਜ਼ਪਸ਼ਨ। ਅਗਲਾ ਪ੍ਰਸ਼ਨ ਆ ਜੀ, 13ਵਾਂ ਵਿਸ਼ਵ ਪੈਰਾ ਐਥਲੈਟਿਕਸ ਗ੍ਰਾਂ ਪ੍ਰੀ 2022 ਕਿੱਥੇ ਸ਼ੁਰੂ ਹੋਇਆ? हाँ जी, 13वां एथलैटिक्स ग्रां प्री 2022 कित्थे शुरू होया? पैरिस दे विच। ऑप्शन नंबर बी इज़ द राइट आंसर। करते हैं, पाक स्टेट पार करन वाली सब तो छोटी उम्र की महिला तैराक कौन बनी? हाँ जी, महिला तैराक जिन्हों ने पाक स्टेट पार की है सब तो छोटी उम्र की है। तो ये कौन बने आ? ये बनी है जी रिया राय। ऑप्शन नंबर ए इज़ द राइट आंसर। ये 13 साल 10 महीने की है। ठीक है, जिस टाइम इन्होंने पार की है, मैं उस टाइम की उम्र दसी है 13 साल 10 दिन 10 महीने की इन्हों की उम्र सी उस टाइम। मार्च की गल कर रहे हैं असी। ठीक है, मार्च की करंट अफेयर कर रहे हैं। मतलब मार्च के जी इन्हों की एज सी 13 साल 10 महीने सी रिया राय की उम्र जदों इन्होंने पाक स्टेट पार की आ। तो इन्होंने 29 किलोमीटर 13 घंटे 10 मिनट के तैर के पार की। अगला प्रश्न है जी, संयुक्त राष्ट्र के सलाहकार बोर्ड में किस भारतीय अर्थशास्त्री को शामिल किया गया? हाँ जी, संयुक्त राष्ट्र के सलाहकार बोर्ड के विच किहड़े भारती आ जिन्होंने शामिल किया गया? तय किया गया जी नंबर सी इज़ द राइट आंसर। अगला प्रश्न असीं करते हैं जी, साबका CDS जनरल बिपिन रावत नूं मारन उपरंत किहड़ा पुरस्कार दिता गया? हाँ जी, जिमें कि तुहानूं पता है जनरल विपिन रावत इन्हां दा दिसंबर 2021 विच एक हैलीकॉप्टर दे विच डैथ हुई सीगी, हैलीकॉप्टर क्रैश होने करके। ठीक है, तो ये साडे पहले साबका CDS सीगे ते इन्हां दा ये सन्मान इन्हां दीयां बेटियां नूं दिता गया। किहड़ा सन्मान मिलिया इन्हां नूं? पद्म विभूषण। ऑप्शन नंबर सी इज़ द राइट आंसर। अगला प्रश्न है जी, प्रसार भारती ने किस देश के जनतक सेवा प्रशासक नाल समझौता किया? हाँ जी, प्रसार भारती ने रिसेंटली आस्ट्रेलिया देश के जनतक सेवा प्रशासक नाल समझौता किया। ऑप्शन नंबर ए इज़ द राइट आंसर आस्ट्रेलिया। अगला प्रश्न असीं करते हैं जी, प्रिंट यकर इनाम 2022 जितन वाला पहला अफ्रीकी कौन बनिया? हाँ जी, प्रिटियकर इनाम 2022 जितन वाला पहला अफ्रीकी कौन बनिया? फ्रांसिस कैरे। ऑप्शन नंबर बी इज़ द राइट आंसर। ये पुरस्कार आर्टीटैक के फील्ड के दिता गया इन्हों। ठीक है, अगला प्रश्न असीं करते हैं जी, किस राज विच डोल उत्सव मनाया जाता है? हाँ जी, डोल उत्सव किहड़े राज दे विच मनाया जाता? पश्चिमी बंगाल दे विच। ऑप्शन नंबर बी इज़ द राइट आंसर। ये गंगा का त्यौहार हुंदा जो पश्चिमी बंगाल दे विच बसंत की रुत दे विच मनाया जाता। अगला प्रश्न है जी, पंजाब विधान सभा का स्पीकर किस नूं चुनिया गया? हाँ जी, पंजाब विधान सभा के स्पीकर चुने गए हैं कुलतार सिंह संधवा। ऑप्शन नंबर सी इज़ द राइट आंसर। अगला प्रश्न, विश्व जल जीवन
सॉरी विश्व जल दिवस कदों मनाया गया? विश्व जल दिवस कदों मनाया गया? 22 मार्च ਨੂੰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਕਿਉਂ ਮਨਾਇਆ ਜਾਂਦਾ? ਪਾਣੀ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਵਿਸ਼ਵ ਜਲ ਦਿਵਸ ਮਨਾਇਆ ਜਾਂਦਾ। ਠੀਕ ਹੈ ਜੀ। ਤੇ ਇਸ ਵਾਰ ਦੇ ਵਿਸ਼ਵ ਜਲ ਦਿਵਸ ਦੀ ਥੀਮ ਕੀ ਆ? ਗਰਾਊਂਡ ਵਾਟਰ ਮੇਕਿੰਗ ਦਾ ਇਨਵਿਜ਼ੀਬਲ ਵਿਜ਼ੀਬਲ। ਅਗਲਾ ਪ੍ਰਸ਼ਨ ਹੈ ਜੀ, ਸਾਲ 2022 ਲਈ ਏਵਲ ਪੁਰਸਕਾਰ ਵਿੱਚ ਕਿਸ ਨੂੰ ਸਨਮਾਨਿਤ ਕੀਤਾ ਗਿਆ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਡੈਨਿਸ ਪਾਰਨੈਲ ਨੂੰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਧਰਤੀ ਦੇ ਸੂਰਜੀ ਸਿਸਟਮ ਤੋਂ ਬਾਹਰ ਨਾਸਾ ਦੁਆਰਾ ਕਿੰਨੇ ਨਵੇਂ ਗ੍ਰਹਿਾਂ ਦੀ ਖੋਜ ਕੀਤੀ ਗਈ? ਹਾਂਜੀ, ਧਰਤੀ ਦੇ ਸੂਰਜੀ ਸਿਸਟਮ ਤੋਂ ਬਾਹਰ ਨਾਸਾ ਦੁਆਰਾ 65 ਨਵੇਂ ਗ੍ਰਹਿਾਂ ਦੀ ਖੋਜ ਕੀਤੀ ਗਈ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਹੁਣ ਇਹ ਖੋਜ ਨਾਸਾ ਨੇ ਕੀਤੀ। ਨਾਸਾ ਦੀ ਫੁੱਲ ਫਾਰਮ ਕੀ ਹੈ? ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ। ਇਸ ਦੀ ਸਥਾਪਨਾ ਕਦੋਂ ਹੋਈ ਸੀ? 1958 ਦੇ ਵਿੱਚ। ਇਸ ਦਾ ਹੈੱਡਕੁਆਰਟਰ ਆ ਵਾਸ਼ਿੰਗਟਨ DC ਦੇ ਵਿੱਚ। ਐਟ ਪ੍ਰੈਜ਼ੈਂਟ ਇਸ ਦੇ ਐਡਮਿਨਿਸਟ੍ਰੇਟਰ ਕੌਣ ਨੇ? ਬਿਲ ਨੈਲਸਨ। ਅਗਲਾ ਪ੍ਰਸ਼ਨ ਹੈ ਜੀ, ਹਾਲ ਹੀ ਵਿੱਚ 187 ਅਸਮ ਰਾਈਫਲਸ ਦਾ ਸਥਾਪਨਾ ਦਿਵਸ ਕਦੋਂ ਮਨਾਇਆ ਗਿਆ? ਹਾਂਜੀ, 187 ਅਸਮ ਰਾਈਫਲਸ ਦਾ ਸਥਾਪਨਾ ਦਿਵਸ ਕਦੋਂ ਮਨਾਇਆ ਗਿਆ? 24 ਮਾਰਚ ਨੂੰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਹਾਂਜੀ, ਪ੍ਰਸ਼ਨ ਅਸੀਂ ਕਰਦੇ ਹਾਂ, ਫੀਫਾ ਵਰਲਡ ਕੱਪ 2022 ਦੀ ਅਗਵਾਈ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਕਿਹੜੀ ਬਣੀ? ਹਾਂਜੀ, ਫੀਫਾ ਵਰਲਡ ਕੱਪ 2022 ਦੀ ਅਗਵਾਈ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਬਣੀ ਵਾਈਜ਼ੋਸ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਤੇ ਵਾਈਜ਼ੋ ਦੀ ਸ਼ੁਰੂਆਤ ਕਦੋਂ ਹੋਈ ਸੀਗੀ ਜਾਂ ਸਥਾਪਨਾ ਕਹਿ ਸਕਦੇ ਹਾਂ? 2011 ਦੇ ਵਿੱਚ। ਇਸ ਦੇ CEO ਕੌਣ ਨੇ? ਵਾਈਜ਼ੋਸ ਰਵਿੰਦਰ। ਇਸ ਦੇ ਹੈੱਡਕੁਆਰਟਰ ਕੌਣ ਨੇ? ਹੈੱਡਕੁਆਰਟਰ ਕਿੱਥੇ ਆ? ਬੰਗਲੌਰ ਦੇ ਵਿੱਚ। ਤੇ ਫੀਫਾ ਵਰਲਡ ਕੱਪ 2022 ਇਹ ਕਿੱਥੇ ਹੋਇਆ ਸੀ? ਕਤਰ ਦੇ ਵਿੱਚ ਹੋਵੇਗਾ। ਠੀਕ ਹੈ। ਤੇ ਕਤਰ ਦੀ ਗੱਲ ਕੀਤੀ ਹੈ। ਕਤਰ ਦੀ ਕੈਪੀਟਲ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ। ਕਤਰ ਦੀ ਕੈਪੀਟਲ ਕੀ ਆ? ਦੋਹਾ। ਇੱਥੋਂ ਦੀ ਕਰੰਸੀ ਹੈ ਕਤਰੀ ਰਿਆਲ। ਤੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਕੌਣ ਨੇ? ਖਾਲਿਦ ਬਿਨ ਖਲੀਫਾ। ਅਗਲਾ ਪ੍ਰਸ਼ਨ, ਹਾਲ ਹੀ ਵਿੱਚ 10 ਦਿਨਾਂ ਦੇ ਤਿਉਹਾਰ ਭਾਰਤ ਭਾਗਿਆ ਵਿਵਾਤਾ ਦਾ ਉਦਘਾਟਨ ਕਿਸ ਨੇ ਕੀਤਾ? ਹਾਂਜੀ, ਇਹ 10 ਦਿਨਾਂ ਦਾ ਤਿਉਹਾਰ ਆ ਭਾਰਤ ਭਾਗਿਆ ਵਿਦਾਤਾ। ਸਮ੍ਰਿਤੀ ਇਰਾਨੀ ਨੇ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਹੈ ਜੀ, ਹਾਲ ਹੀ ਵਿੱਚ ਦਿੱਲੀ ਸਰਕਾਰ ਨੇ 3000 ਏਕੜ ਜ਼ਮੀਨ ਦੇ ਕਿੰਨੇ ਵਿਸ਼ਵ ਪੱਧਰੀ ਸ਼ਹਿਰੀ ਜੰਗਲਾਂ ਦਾ ਨਿਰਮਾਣ ਕਰਨ ਦਾ ਨਿਰਦੇਸ਼ ਦਿੱਤਾ ਹੈ? ਹਾਂਜੀ, ਦਿੱਲੀ ਸਰਕਾਰ ਨੇ 3000 ਏਕੜ ਜ਼ਮੀਨ ਦੇ 17 ਵਿਸ਼ਵ ਪੱਧਰੀ ਸ਼ਹਿਰੀ ਜੰਗਲਾਂ ਦਾ ਨਿਰਮਾਣ ਕਰਨ ਦਾ ਨਿਰਦੇਸ਼ ਦਿੱਤਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਹੈ ਜੀ, ਭਾਰਤ ਦੀ ਪਹਿਲੀ ਸਟੀਲ ਰੋਡ ਦਾ ਉਦਘਾਟਨ ਕਿੱਥੇ ਕੀਤਾ ਗਿਆ? ਹਾਂਜੀ, ਭਾਰਤ ਦੀ ਪਹਿਲੀ ਸਟੀਲ ਰੋਡ ਦਾ ਉਦਘਾਟਨ ਕਿੱਥੇ ਹੋਇਆ? ਸਟੀਲ ਰੋਡ ਇੱਥੇ ਦਾ ਕੀ ਮਤਲਬ ਆ? ਸੂਰਤ ਦੇ ਵਿੱਚ ਸਟੀਲ ਦੇ ਕਚਰੇ ਤੋਂ ਇਹ ਸਟੀਲ ਰੋਡ ਬਣਾਈ ਗਈ ਹੈ। ਠੀਕ ਹੈ, ਗੁਜਰਾਤ ਦੇ ਸੂਰਤ ਦੇ ਵਿੱਚ ਬਣਾਈ ਗਈ ਆ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਟੈਨਿਸ ਇਤਿਹਾਸ ਵਿੱਚ ਪੋਲੈਂਡ ਦਾ ਪਹਿਲਾ ਵਿਸ਼ਵ ਨੰਬਰ 1 ਖਿਡਾਰੀ ਕੌਣ ਬਣਿਆ? ਹਾਂਜੀ, ਟੈਨਿਸ ਇਤਿਹਾਸ ਦੇ ਵਿੱਚ ਪੋਲੈਂਡ ਦੇ ਪਹਿਲੇ ਵਿਸ਼ਵ ਨੰਬਰ 1 ਖਿਡਾਰੀ ਬਣੇ ਆ। ਕੌਣ ਬਣੇ ਆ? ਈਗਾ ਸਵੀਟੈਕ। ਇਹ ਟੈਨਿਸ ਖਿਡਾਰੀ ਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਹਾਂਜੀ, ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।